मानै। तिस अंतर रवै हर नामा। बाणी गुरु गुरु है बाणी। विच बाणी अमृत सारे। गुर बाणी कहे सेवक जन मानै। परतख गुरु निस्तारे। बाणी बिरलो विचारसी। जे को गुरमुख होए। एह बाणी महापुरख की। निज घर वासा होए। मन माया मैं रम रहे हो। निकसत नाहि नमीत। नानक मूरत चितर ज्यों। छाड़त नाहन पीत। नर चाहत कश और। की और भई। चितवत रहे ठगार। नानक फांसी गल परी। नार चाहत कछ और। की और भई। चितवत रह्यो ठगार। नानक फांसी गल परी। वाहिगुरु जी का खालसा वाहिगुरु जी की फतेह। सलोक महला नौवां। इस बाणी दे विचों दो श्लोकां दा पाठ आप जी ने सरवण कीता है। इन्हां श्लोकां दी विचार सिंह साहिब ज्ञानी रणजीत सिंह जी गोहरे मशकीन, जथेदार तख्त श्री हरमंदर जी पटना साहब आप जी नूं सरवण करवाउणगे। एक दिन दा उन्हां दा समा है साडे पास। प्रबंधक सेवादारां वल्लों सिंह साहब जी दा धन्नवाद जो उचेचा समा कढ के गुरु दरबार विच हाजरी भरन
ਗੁਰੂ ਕੀਆਂ ਸੰਗਤਾਂ ਨੂੰ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਵਾਉਣ ਵਾਸਤੇ ਆਏ ਹਨ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਸਰਕਾਰ ਨੇ ਦੁਬਾਰਾ ਮਾਸਕ ਦੀ ਪਾਬੰਦੀ ਸ਼ੁਰੂ ਕੀਤੀ ਹੈ, ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਮਾਸਕ ਲਾ ਕੇ ਰੱਖੋ। ਔਰ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ, ਮਾਸਕ ਦਾ ਮਤਲਬ ਹੈ ਮੂੰਹ ਤੇ ਨੱਕ ਢੱਕਣਾ, ਠਾਠਾ ਬੰਨਣਾ ਨਹੀਂ ਹੈ। ਕਿਉਂਕਿ ਆਪਾਂ ਸਾਰਿਆਂ ਨੇ ਠੋਡੀ ਤੇ ਮਾਸਕ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਆਪਣੇ ਆਪ ਨਾਲ ਵੀ ਧੋਖਾ ਹੈ, ਕਿਉਂਕਿ ਇਹੋ ਜਿਹੀਆਂ ਗਲਤੀਆਂ ਨਾਲ ਹੀ ਇਹ ਬਿਮਾਰੀ ਫਿਰ ਵਾਪਸ ਆਉਂਦੀ ਹੈ, ਮੁੜ ਮੁੜ ਕੇ ਆਉਂਦੀ ਹੈ। ਆਪਾਂ ਕੋਈ ਸਬਕ ਸਿੱਖਣ ਵਾਸਤੇ ਤਿਆਰ ਨਹੀਂ। ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਆਪਾਂ ਨਿਯਮਾਂ ਦਾ ਪਾਲਣ ਕਰੀਏ, ਤਾਂ ਕਿ ਆਪ ਵੀ ਤੇ ਦੂਸਰੇ ਵੀ ਸਾਰੇ ਠੀਕ ਰਹਿਣ। ਅਗਲੇ ਸਮੇਂ ਲਈ ਸਿੰਘ ਸਾਹਿਬ ਜੀ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ। ਏ ਸੰਸਾਰ ਤਾਪ ਹਰਣ ਕਰੁਣਾਮੈ ਸਭ ਦੁੱਖ ਹਰੋ। ਏ ਸ਼ਰਨ ਜੋਗ ਦਇਆਲ ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ। ਪਰਮ ਸਨਮਾਨ ਆਵਰ ਸਾਹਿਬੇ ਕਮਾਲ बारगाहे नायत के मालक, कलयुगी जीवों के उद्धार करता, साहिबे सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया। और इस नवे दिन की जो नवे जन्म समान है, शुरुआत करन दा बल भी साहिब जी ने इस ब्रह्मंड दे महान पवित्र अस्थान बाला प्रीतम श्री गुरु हरकृष्ण साहिब महाराज जी की पावन चरण छो प्राप्त स्थान श्री बंगला साहिब विखे प्रदान किया है।
ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਆਪਨੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਉਸ ਤੋਂ ਉਪਰੰਤ ਬਹੁਤ ਹੀ ਸਤਿਕਾਰਯੋਗ ਸਿੱਖ ਜਗਤ ਦੀ ਸਨਮਾਨਿਤ ਸ਼ਖਸੀਅਤ ਸੇਵਾ ਰਤਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੇ ਕੰਠ ਤੋਂ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਪਾਵਨ 2 ਸ਼ਲੋਕਾਂ ਦਾ ਪਾਠ ਅਤੇ ਕੁਝ ਹੈਲਥ ਸੰਬੰਧੀ ਜ਼ਰੂਰੀ ਸੂਚਨਾਵਾਂ ਆਪਣੇ ਸਰਵਣ ਕੀਤੀਆਂ ਹਨ। ਕੁਝ ਸਮਾਂ ਹੋਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹਨਾਂ ਮਹਾਂਬੋਲਾਂ ਦੀ ਬਾਣੀ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਆਪ ਫਰਮਾਨ ਕਰਦੇ ਨੇ, ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉ ਛਾਡਿਤ ਨਾਹਿਨ ਭੀਤ। ਆਪ ਫਰਮਾਨ ਕਰਦੇ ਨੇ, ਮਨੁੱਖ ਦਾ ਮਨ, ਮਨੁੱਖ ਦੇ ਵਿਚਾਰ, ਮਨੁੱਖ ਦਾ ਮਾਨਸਿਕ ਮੰਡਲ ਸੰਸਾਰ ਦੇ ਪਦਾਰਥਾਂ ਵਿੱਚ ਇਸ ਤਰ੍ਹਾਂ ਖਚਤ ਹੋ ਗਿਆ, ਇਸ ਤਰ੍ਹਾਂ ਲੀਨ ਹੋ ਗਿਆ, ਭਾਵੇਂ ਜਿਤਨਾ ਮਰਜ਼ੀ ਇਸ ਨੂੰ ਸਮਝਾਓ। तमाम ਧਰਮ ਗ੍ਰੰਥਾਂ ਦਾ ਪਾਠ ਪਠਨ ਔਰ तमाम ਮਹਾਂਪੁਰਸ਼ਾਂ ਦੀ ਵਿਚਾਰ ਸੁਣਾਓ, ਸਮਝਾਓ, ਪਰ ਬਾਵਜੂਦ ਇਹ ਉੱਥੋਂ ਹਟਦਾ ਨਹੀਂ ਹੈ। ਜੈਸੇ ਦੀਵਾਰ 'ਤੇ ਕੋਈ ਚਿੱਤਰ ਉਕਰਿਆ ਹੋਵੇ ਤੇ ਬੇਸ਼ੱਕ ਪਾਣੀ ਦੀ ਬੌਛਾੜ ਕਰੋ, ਬਸਤਰ ਨਾਲ ਉਸ ਨੂੰ ਉਤਾਰੋ ਜਾਂ ਤੇਜ਼ ਹਵਾ ਵੀ ਚਲਾਓ, ਭਾਵੇਂ ਬਿਜਲੀਆਂ ਗਿਰਦੀਆਂ ਰਹਿਣ, ਉਹ ਚਿੱਤਰ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ। ਬਿਲਕੁਲ ਇਸ ਤਰ੍ਹਾਂ ਆਦਿ ਕਾਲ ਤੋਂ ਮਨੁੱਖ ਦੀ ਸੁਰਤ ਸੰਸਾਰ ਦੀਆਂ ਪਦਵੀਆਂ, ਸੰਸਾਰ ਦੇ ਪਦਾਰਥ ਔਰ ਸੰਸਾਰ ਦੀ ਪ੍ਰਤਿਸ਼ਠਾ ਨਾਲ ਇਸ ਤਰ੍ਹਾਂ ਇੱਕ ਮਿਕ ਹੋਈ ਬੈਠਾ ਹੈ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਵੀ ਸਾਹਮਣੇ ਬੈਠੇ ਹੋਣ ਔਰ ਪਾਰ ਬ੍ਰਹਮ ਪਰਮੇਸ਼ਵਰ ਦੀ ਬਾਣੀ ਗੁਰੂ ਨਾਨਕ ਆਪ ਹੀ ਹੈ, ਬਾਵਜੂਦ ਸਾਡਾ ਮਨ ਸੰਸਾਰ ਵੱਲ ਹੀ ਜਾਂਦਾ ਹੈ। ਸਾਡੇ ਮਨ ਦੀ ਸਾਰੀ ਦੌੜ, ਸਾਰੀ ਖੇਚਲ ਤੇ ਸਾਰੀ ਵਿਚਾਰਧਾਰਾ
ਸਿਰਫ ਸੰਸਾਰ ਦੇ ਪਦਾਰਥਾਂ ਤੱਕ ਹੀ ਮਹਿਦੂਦ ਹੈ, ਇਹ ਚਾਹੀਦਾ ਹੈ। ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਆਉਂਦੇ ਹਾਂ ਮਹਾਰਾਜ ਦੇ ਬਚਨ ਸੁਣਨ ਵਾਸਤੇ, ਮਹਾਰਾਜ ਜੀ ਦੀ ਬਾਣੀ ਦਾ ਗਾਇਨ ਸੁਣਨ ਵਾਸਤੇ, ਪਰ ਇੱਥੇ ਵੀ ਸਾਡੀ ਮੰਗ ਸੰਸਾਰ ਸੰਬੰਧੀ ਹੁੰਦੀ। ਹੇ ਗੁਰੂ, ਮੈਨੂੰ ਇਹ ਚੀਜ਼ ਮਿਲ ਜਾਏ, ਮੈਨੂੰ ਇਹ ਚੀਜ਼ ਮਿਲ ਜਾਏ। ਗੁਰੂ ਝੋਲੀਆਂ ਭਰ ਦਿੰਦਾ ਹੈ। ਫਿਰ ਅਗਲੇ ਦਿਨ ਆਉਂਦੇ ਹਾਂ ਤੇ ਕਈ ਵਾਰੀ ਇਹ ਵੀ ਕਹਿੰਦੇ ਆ, ਹੇ ਗੁਰੂ, ਤੂੰ ਦਿੱਤਾ ਬਹੁਤ ਜ਼ਿਆਦਾ ਹੈ, ਤੇਰਾ ਮਿਹਰਾਂ ਭਰਿਆ ਹੱਥ ਮੇਰੇ ਸਿਰ 'ਤੇ ਹੈ, ਪਰ ਬਸ ਆਹ ਕੰਮ ਮੇਰਾ ਕਰ ਦੇ, ਫਿਰ ਮੈਂ ਕੁਛ ਨਹੀਂ ਮੰਗਣਾ। ਪਰ ਸੱਚ ਜਾਣਨਾ, ਅਗਲੇ ਦਿਨ ਮਨ ਵਿੱਚ ਫਿਰ ਕੁਝ ਮੰਗਾਂ ਆ ਜਾਂਦੀਆਂ, ਫਿਰ ਡਿਮਾਂਡਸ ਆ ਜਾਂਦੀਆਂ ਬਈ ਗੁਰੂ ਹੁਣ ਮੈਨੂੰ ਇਹ ਚਾਹੀਦਾ ਹੈ, ਹੁਣ ਮੈਨੂੰ ਇਹ ਚਾਹੀਦਾ ਹੈ। ਸ਼ਾਇਦ ਹੀ ਕੋਈ ਮਨੁੱਖ ਦੇ ਜੀਵਨ ਦਾ ਸਮਾਂ ਐਸਾ ਆਵੇ ਜਦੋਂ ਪ੍ਰਭੂ ਦੀ ਮਿਹਰ ਬਰਸ ਪਵੇ ਔਰ ਕਹਿ ਦੇਵੇ, ਹੇ ਗੁਰੂ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਹੁਣ ਤੂੰ ਚਾਹੀਦਾ ਹੈ। ਮਨ ਸ਼ੁਕਰਾਨੇ ਨਾਲ ਭਰ ਜਾਏ। ਸਾਧ ਸੰਗਤ, ਕੁਝ ਗੁਰੂ ਦੀ ਨੇੜਤਾ ਪ੍ਰਾਪਤ ਕਰਨ ਲਈ ਆਪਣੇ ਘਰ ਦੀਆਂ ਵਸਤੂਆਂ ਦੀ ਗਿਣਤੀ ਵੀ ਕਰਨੀ ਚਾਹੀਦੀ। ਅਸੀਂ ਦੇਖਦੇ ਨਹੀਂ ਸਾਡੇ ਕੋਲ ਕੀ ਕੀ ਹੈਗਾ ਹੈ, ਔਰ ਇਸ ਤਰ੍ਹਾਂ ਅਗਰ ਕੀਤਾ ਜਾਵੇ, ਮਨ ਵਿਚਾਰ ਕਰੇ, ਤਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਸ਼ੁਕਰਾਨੇ ਦੇ ਬੜੇ ਕਾਰਨ ਮੌਜੂਦ ਹੋਵਣ। ਆਪਣੇ ਘਰ ਦੀਆਂ ਵਸਤੂਆਂ ਦਾ ਥੋੜ੍ਹਾ ਜਿਹਾ ਹਿਸਾਬ ਕਿਤਾਬ ਲਾਉਣਾ, ਔਰ ਫਿਰ ਆਪਣੀ ਹਸਤੀ, ਆਪਣਾ ਬਲ ਦੇਖਣਾ ਤੇ ਸੋਚਣਾ ਬਈ ਇਹ ਜੋ ਮੈਨੂੰ ਮਿਲਿਆ ਹੈ, ਇਹ ਮੇਰੀ ਹਸਤੀ ਕਰਕੇ ਮਿਲਿਆ, ਬਲ ਕਰਕੇ ਮਿਲਿਆ, ਜਾਂ ਕਿ ਪਰਮਾਤਮਾ ਦੀ ਮਿਹਰ ਕਰਕੇ ਪ੍ਰਾਪਤ ਹੋਇਆ। ਸਾਧ ਸੰਗਤ, ਨਿਰਸੰਦੇਹ ਸਾਡਾ ਮਨ ਸ਼ੁਕਰਾਨੇ ਦੇ ਲਾਗੇ ਆ ਜਾਵੇਗਾ ਕਿ ਹੇ ਗੁਰੂ, ਤੂੰ ਮੈਨੂੰ ਇਹ ਵੀ ਦਿੱਤਾ ਹੈ, ਤੇਰਾ ਸ਼ੁਕਰਾਨਾ। ਮੈਂ ਬੜਾ ਤਰੱਦਦ ਕਰਦਾ, ਸਾਰਾ ਜੀਵਨ ਲਾ ਦਿੰਦਾ, ਪਰ ਇਹ ਦਾਤਾਂ ਮੇਰੀ ਝੋਲੀ 'ਚ ਨਹੀਂ ਪੈ ਸਕਦੀਆਂ ਸਨ ਜੋ ਤੂੰ ਸੁਤੇ ਸਿੱਧ ਪਾ ਦਿੱਤੀਆਂ। ਤੂੰ ਮੇਰਾ ਕਰਕੇ ਨਿਵਾਜਿਆ, ਪਰ ਸਾਡਾ ਸੁਭਾਅ ਸਾਧ ਸੰਗਤ ਉਲਟ ਚੱਲਦਾ ਹੈ। ਮਾੜੀ ਮੋਟੀ ਜੀਵਨ ਵਿੱਚ ਕੋਈ ਕਮੀ ਹੋਵੇ ਤੇ ਸਾਨੂੰ ਉਹ ਦਿਖਾਈ ਪੈਂਦੀ ਹੈ ਬਈ ਇਹ ਬੜੀ ਕਮੀ, ਇਹ ਸਾਡੇ ਕੋਲ ਨਹੀਂ। ਤੇ ਪ੍ਰਮਾਤਮਾ ਨੇ ਸਾਡੇ ਨਾਲ ਅਨਿਆਂ ਕੀਤਾ ਹੈ। ਸਾਧ ਸੰਗਤ, ਕੋਈ ਦੁਨੀਆ ਦਾ ਐਸਾ ਰਸਤਾ ਨਹੀਂ ਜਿਸ ਵਿੱਚ ਕੋਈ ਮਾੜੀ ਮੋਟੀ ਉਕਾਈ ਨਾ ਹੋਵੇ। ਤੇ ਸਾਡਾ ਸੁਭਾਅ, ਅਸੀਂ ਪੂਰੀ ਸਪੀਡ 'ਤੇ ਡਰਾਈਵ ਕਰਦੇ ਹਾਂ, ਤੇ ਫਿਰ ਜੇ ਕਿਧਰੇ ਕੋਈ ਖੱਡਾ ਆ ਜਾਏ, ਕੋਈ ਸਪੀਡ ਬ੍ਰੇਕਰ ਆਵੇ, ਤੇ ਪਹਿਲਾ ਕੰਮ ਹੈ ਸੜਕ ਬਣਾਉਣ ਵਾਲੇ ਨੂੰ ਗਾਲਾਂ ਕੱਢਦੇ ਬਈ ਨਾ ਮੂਰਖਾਂ ਨੇ ਇਹ ਕੀ ਕਰ ਛੱਡਿਆ। ਇਹ ਹੁਣ ਬੱਤੀ ਹਰੀ ਨਹੀਂ ਕਰਦੇ ਵੇ, ਕੌਣ ਦੱਸੇ ਪੁਰਖਾ, ਜਿਹੜਾ ਤੂੰ ਫੁੱਲ ਸਪੀਡ 'ਤੇ ਡਰਾਈਵ ਕਰਕੇ ਆਇਆ ਹੈ, ਉਸ ਦਾ ਤਾਂ ਸ਼ੁਕਰਾਨਾ ਵੀ ਬਣਦਾ ਹੈ। ਪਰ ਜੇ ਕਿਧਰੇ ਕੋਈ ਮਾੜਾ ਮੋਟਾ ਕਸ਼ਟ ਆ ਜਾਏ, ਫਿਰ ਸਾਡੇ ਸਾਰੇ ਜੀਵਨ ਦੇ ਸਿਕਵੇ ਇਕੱਠੇ ਹੋ ਜਾਂਦੇ। ਵਡਭਾਗੀ ਉਹ ਮਨੁੱਖ ਹੈ ਜਿਹੜਾ ਗੁਰੂ ਕੋਲੋਂ ਗੁਰੂ ਨੂੰ ਮੰਗ ਲਵੇ, ਆਖੇ ਗੁਰੂ ਮੈਨੂੰ ਤੂੰ ਚਾਹੀਦਾ ਹੈ, ਤੇਰਾ ਸ਼ੁਕਰਾਨਾ, ਬਾਕੀ ਤੂੰ ਸਭ ਕੁਝ ਝੋਲੀ 'ਚ ਪਾਇਆ, ਪਰ ਹੁਣ ਮਿਹਰ ਕਰ, ਆਪਣੇ ਨਾਮ ਦੀ ਦਾਤ ਵੀ ਮੇਰੀ ਝੋਲੀ ਵਿੱਚ ਪਾ ਦਿਓ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਨੂੰ ਦੇਖੀਏ ਤੇ ਲੱਖਾਂ ਕਰੋੜਾਂ ਹੀ ਲੋਕ ਆਪ ਦੇ ਸੰਪਰਕ ਵਿੱਚ ਆਏ, ਪਰ ਬਹੁ ਗਿਣਤੀ ਹੱਥ ਵਿਖਾਉਣ ਵਾਲਿਆਂ ਦੀ ਸੀ। ਤੇ ਹੱਥ ਮਨੁੱਖ ਉਦੋਂ ਹੀ ਦਿਖਾਉਂਦਾ ਹੈ ਜਦੋਂ ਸਮਝਦਾ ਵੀ ਮੇਰਾ ਹੱਥ ਇਹਨਾਂ ਚੀਜ਼ਾਂ ਤੋਂ ਖਾਲੀ ਹੈਗਾ। ਕੋਈ ਆਖੇ, ਸੰਤ ਜੀ ਮੈਨੂੰ ਕੋਈ ਧਾਗਾ ਤਵੀਤ ਦੇ ਦਿਓ, ਮੈਨੂੰ ਕੋਈ ਮੰਤਰ ਦੇ ਦਿਓ, ਤੇ ਮੈਂ ਜਿਹੜਾ ਆਪਣੇ ਜੀਵਨ ਵਿੱਚ ਪਦਾਰਥਾਂ ਨਾਲ ਭਰਪੂਰ ਰਹਾਂ।
ਪਰ ਵਿਰਲੇ ਵਿਰਲੇ ਉਹ ਲੋਕ ਆਏ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਇਹ ਨਹੀਂ ਕਿਹਾ ਬਈ ਮਹਾਰਾਜ ਤੁਸੀਂ ਮਹਾਤਮਾ ਜੀ ਹੋ, ਸਾਡਾ ਹੱਥ ਦੇਖਦੇ ਹੋ, ਇਹ ਸਾਨੂੰ ਇਹ ਤਾਗਾ ਦੇ ਦੇਵੋ। ਉਹਨਾਂ ਨੇ ਗੁਰੂ ਨਾਨਕ ਨੂੰ ਕਿਹਾ ਸਾਨੂੰ ਤੂੰ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ, ਤੇਰਾ ਪਿਆਰ ਚਾਹੀਦਾ ਹੈ, ਤੇਰੀ ਨੇੜਤਾ ਚਾਹੀਦੀ ਹੈ। ਔਰ ਉਹਨਾਂ ਨੇੜਤਾ ਚਾਹਣ ਵਾਲਿਆਂ ਨੂੰ ਗੁਰੂ ਨੇ ਦੂਰ ਕਦੀ ਨਹੀਂ ਕੀਤਾ, ਸਦਾ ਆਪਣੇ ਕੰਠ ਲਾ ਕੇ ਰੱਖਿਆ। ਇਸ ਵਿੱਚ ਵੀ ਸਾਡੀ ਉਕਾਈ ਹੈ, ਗੁਰੂ ਤਾਂ ਸਾਨੂੰ ਸਾਰਿਆਂ ਨੂੰ ਹੀ ਕੰਠ ਲਾ ਕੇ ਰੱਖਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਮੁੱਢ ਕਦੀਮਾਂ ਦਾ ਗੁਰੂ ਦਾ ਸੁਭਾਅ ਹੈ, ਉਹ ਚਰਨ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਗਲ ਨਾਲ ਲਾ ਦਿੰਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੰਮ੍ਰਿਤ ਜੀਵਨ ਦੇਖੀਏ ਤਾਂ ਬੜੀ ਜਗ੍ਹਾ ਲੋਕਾਂ ਨੇ ਦਰਵਾਜ਼ੇ ਵੀ ਬੰਦ ਕੀਤੇ, ਆਖਿਆ ਨਹੀਂ ਚਾਹੀਦਾ। ਜੈਸੇ ਮੁਲਤਾਨ ਗੁਰੂ ਨਾਨਕ ਜ਼ਿਆਰਤ ਦੇ ਮੇਲੇ ਮੌਕੇ ਪਹੁੰਚੇ, ਉਹਨਾਂ ਨੇ ਅੱਗੋਂ ਦਰਵਾਜ਼ੇ ਬੰਦ ਕਰ ਲਏ ਸਨ। ਆਖਿਆ ਨਹੀਂ, ਤੁਹਾਡੇ ਵਾਸਤੇ ਇੱਥੇ ਜਗ੍ਹਾ ਨਹੀਂ, ਇੱਥੇ ਪਹਿਲਾਂ ਹੀ ਬੜੇ ਸੰਤ ਮੌਜੂਦ ਨੇ, ਇੱਥੇ ਪਹਿਲਾਂ ਹੀ ਬੜੇ ਪੀਰ ਫਕੀਰ ਮੌਜੂਦ ਨੇ, ਅਤੇ ਹੋਰ ਇੱਥੇ ਸਮਾਈ ਨਹੀਂ ਹੋ ਸਕਦੀ। ਗੁਰੂ ਨਾਨਕ ਦੇਵ ਮਹਾਰਾਜ ਆਖਣ ਲੱਗੇ ਅਸੀਂ ਤੁਹਾਡੀ ਥਾਂ ਲੈਣ ਵਾਸਤੇ ਨਹੀਂ ਆਏ, ਬਲਕਿ ਤੁਹਾਨੂੰ ਤੁਹਾਡੀ ਥਾਂ ਸਮਝਾਉਣ ਵਾਸਤੇ ਆਏ, ਦਿਖਾਉਣ ਵਾਸਤੇ ਆਏ ਹਾਂ। ਸਾਧ ਸੰਗਤ, ਗੁਰੂ ਦਾ ਆਖਰੀ ਅਰਥ ਰੌਸ਼ਨੀ ਬਣਦਾ ਹੈ, ਚਾਨਣ ਬਣਦਾ ਹੈ। ਚਾਨਣ ਸਾਡੇ ਘਰ ਦੀ ਥਾਂ ਨਹੀਂ ਲੈਂਦਾ, ਬਲਕਿ ਸਾਨੂੰ ਸਾਡਾ ਘਰ ਦਿਖਾਉਣ ਵਿੱਚ ਸਹਾਇਕ ਹੁੰਦਾ ਹੈ, ਰੌਸ਼ਨੀ ਨਾਲ ਦਿਖਾਈ ਪੈਂਦਾ ਹੈ। ਇਸ ਲਈ ਮਹਾਰਾਜ ਨੇ ਚਮੇਲੀ ਦਾ ਫੁੱਲ ਰੱਖਿਆ, ਕਿਹਾ ਸੁਗੰਧਿਤ ਕਰਦੇ ਨੇ। ਕੋਈ ਥਾਂ ਨਹੀਂ ਲੈਂਦੇ, ਕੋਈ ਬੋਝ ਨਹੀਂ ਬਣਦੇ, ਬਲਕਿ ਜਨਮਾਂ ਜਨਮਾਂ ਦੇ ਵਿਕਾਰ ਅਤੇ ਅਵਿਚਾਰ ਦਾ ਜੋ ਹਿਰਦੇ 'ਤੇ ਬੋਝ ਬਣਿਆ, ਉਹਨੂੰ ਦੂਰ ਕਰਨ ਵਾਸਤੇ ਆਏ। ਬੜੀ ਜਗ੍ਹਾ ਮਹਾਰਾਜ ਨੂੰ ਪੱਥਰ ਲੈ ਕੇ ਵੀ ਲੋਕੀ ਮਿਲੇ, ਆਖਿਆ ਪੱਥਰ ਮਾਰ ਕੇ ਹੀ ਮਾਰ ਦੇਣਾ, ਜਿਉਂਦਾ ਨਹੀਂ ਰਹਿਣ ਦੇਣਾ। ਸੰਸਾਰ 'ਤੇ ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੜੀ ਜਗ੍ਹਾ ਵਿਰੋਧ ਹੋਇਆ ਔਰ ਚੱਲਦਾ ਹੈ। ਅਤੇ ਫਿਰ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਬੁੱਢਾ ਸਾਹਿਬ ਵੀ ਆਏ, ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਬੈਠੇ ਸਨ, ਮੱਥਾ ਟੇਕ ਕੇ ਸਾਹਮਣੇ ਬੈਠੇ ਅਤੇ ਮਹਾਰਾਜ ਦੇ ਚਰਨ ਪਕੜ ਕੇ ਬੇਨਤੀ ਕੀਤੀ। ਆਖਿਆ ਤੇਰੇ ਵਰਗਾ ਮਹਾਂਪੁਰਖ ਸੰਸਾਰ 'ਤੇ ਦਿਖਾਈ ਨਹੀਂ ਪੈਂਦਾ। ਅਤੇ ਗੁਰੂ ਨਾਨਕ ਹੱਸੇ ਅਤੇ ਆਖਣ ਲੱਗੇ ਅੱਛਾ ਹੈ ਬਾਲਕ, ਤੂੰ ਸਾਰਾ ਸੰਸਾਰ ਦੇਖ ਲਿਆ। ਅਤੇ ਬਾਬਾ ਬੁੱਢਾ ਜੀ ਦੇ ਹੱਥ ਜੁੜ ਗਏ ਅਤੇ ਨੇਤਰਾਂ ਵਿੱਚ ਜਲ ਆ ਗਿਆ। ਆਖਿਆ ਮਹਾਰਾਜ ਦੇਖਿਆ ਹੀ ਨਹੀਂ ਹੈ, ਸਾਰਾ ਸੰਸਾਰ ਸਮਝ ਵੀ ਲਿਆ, ਇੱਥੇ ਸਿਵਾਏ ਕਾਲ ਦੀ ਕਾਲਖ ਤੋਂ ਹੋਰ ਕੁਛ ਵੀ ਨਹੀਂ ਹੈਗਾ। ਆਪ ਮੇਰੇ ਸਿਰ 'ਤੇ ਹੱਥ ਰੱਖੋ, ਮੈਂ ਇਸ ਕਾਲ ਦੀ ਕਾਲਖ ਤੋਂ ਬਚ ਜਾਵਾਂ, ਇਸ ਕਾਲ ਦੀ ਕਲਾ ਤੋਂ ਬਚ ਜਾਵਾਂ, ਇਸ ਕਾਲ ਦੇ ਕਸ਼ਟ ਤੋਂ ਬਚ ਜਾਵਾਂ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਗੱਲ ਨਾਲ ਲਾ ਲਿਆ। ਗੁਰੂ ਨਾਨਕ ਦੇਵ ਗਰੀਬ ਨਿਵਾਸ ਦਾ ਜੀਵਨ ਪੜ੍ਹੀਏ ਅਤੇ ਬੜੇ ਬੜੇ ਮਹਾਂਪੁਰਖਾਂ ਨੇ ਮਹਾਰਾਜ ਦੇ ਚਰਨਾਂ 'ਤੇ ਸਿਰ ਰੱਖਿਆ, ਵਡਿਆਈਆਂ ਕੀਤੀਆਂ। ਜਿਹੜੇ ਆਪਣੇ ਜੀਵਨ ਵਿੱਚ ਸਫਲ ਹੋਏ, ਉਹਨਾਂ ਆਪਣੀ ਸਫਲ ਦ੍ਰਿਸ਼ਟੀ ਨਾਲ ਜਦ ਗੁਰੂ ਨਾਨਕ ਨੂੰ ਦੇਖਿਆ, ਦੀਦਾਰ ਕੀਤਾ, ਅਤੇ ਉਹਨਾਂ ਦੀ ਰਸਨਾ ਤੋਂ ਇਹ ਬੋਲ ਨਿਕਲੇ ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਕਰਦੇ ਨੇ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਏ। ਗੁਰੂ ਨਾਨਕ ਦੇ ਚਰਨਾਂ ਤੋਂ ਸਦਕੇ ਹੋਏ, ਗੁਰੂ ਨਾਨਕ ਦੀ ਤਾਰੀਫ ਕੀਤੀ। ਇਹ ਸੰਸਾਰ ਦਾ ਪਹਿਲਾ ਮਹਾਨ ਬਾਲਕ ਹੈ। ਗੁਰੂ ਨਾਨਕ ਦੇ ਚਰਨਾਂ 'ਚ ਆ ਕੇ ਗੁਰੂ ਨਾਨਕ ਨੂੰ ਹੀ ਮੰਗਿਆ,
ਤੇ ਗੁਰੂ ਨਾਨਕ ਇਸ ਦੀ ਤਾਰੀਫ ਕਰਦੇ ਪਏ। ਇਹ ਬੋਲ ਧਿਆਨ ਨਾਲ ਵਿਚਾਰ ਕੇ ਦੇਖਣਾ। ਦੁਨੀਆ ਦੇ ਸਿੱਧ ਪੁਰਸ਼, ਸਫਲ ਹੋਏ ਲੋਕ ਗੁਰੂ ਨਾਨਕ ਦੀ ਵਡਿਆਈ ਕਰਦੇ ਨੇ, ਪਰ ਗੁਰੂ ਨਾਨਕ ਦੇ ਮਹਾਰਾਜ ਇਸ ਬਾਲਕ ਨੂੰ ਬਜ਼ੁਰਗ ਕਹਿੰਦੇ ਪਏ ਬਈ ਤੂੰ ਤਾਂ ਬੁੜਾ ਨਹੀਂ, ਬੁੱਢਾ ਹੈ, ਬਜ਼ੁਰਗ ਹੈ। ਔਰ ਗੁਰੂ ਘਰ ਵਿੱਚ ਇਹਦਾ ਨਾਮ ਹੀ ਬੁੱਢਾ ਪੈ ਗਿਆ। ਫਿਰ ਐਸਾ ਗੁਰੂ ਨਾਨਕ ਨਾਲ ਜੁੜਿਆ, ਹਾਲਾਂਕਿ ਵੱਡੀਆਂ ਜਾਇਦਾਦਾਂ ਦੇ ਮਾਲਕ ਸਨ। ਇਹ ਸਾਰਾ ਭਿੱਖੀਵਿੰਡ ਦਾ ਇਲਾਕਾ, ਤਰਨ ਤਾਰਨ ਵਾਲਾ ਪਾਸਾ, ਇੱਧਰੋਂ ਲੈ ਕੇ ਜਿੱਧਰ ਬੀੜ ਬਾਬਾ ਬੁੱਢਾ ਸਾਹਿਬ ਹੈ, ਔਰ ਇਹ ਸਾਰੀ ਬੈਲਟ, ਬਟਾਲਾ, ਰਮਦਾਸ ਔਰ ਬਹੁਤ ਸਾਰਾ ਇਲਾਕਾ ਪਾਕਿਸਤਾਨ ਚਲਾ ਗਿਆ। ਇਹ ਸਾਰੀਆਂ ਜਾਗੀਰਾਂ ਦੇ ਮਾਲਕ, ਕੋਈ 22 ਪਿੰਡਾਂ ਦੀ ਜਾਗੀਰ ਦੇ ਮਾਲਕ ਬਾਬਾ ਬੁੱਢਾ ਸਾਹਿਬ ਸਨ। ਉਹਨਾਂ ਦੇ ਪਿਤਾ ਭਾਈ ਸੁੱਘਾ ਸਨ। ਤੋ ਇਸ ਢੰਗ ਦੇ ਨਾਲ ਇੱਕ ਤਰ੍ਹਾਂ ਨਾਲ ਸਲਤਨਤ ਦੇ ਮਾਲਕ ਫਿਰ ਗੁਰੂ ਨਾਨਕ ਦੇ ਚਰਨਾਂ 'ਤੇ ਐਸਾ ਸਿਰ ਰੱਖਿਆ ਕਿ ਫਿਰ ਉਹਨਾਂ ਨੇ ਆਪਣਾ ਸਿਰ ਚੁੱਕਿਆ ਨਹੀਂ। ਭਾਵ ਗੁਰੂ ਨਾਨਕ ਦੇ ਬਚਨਾਂ ਦੇ ਨਾਲ ਜੁੜ ਗਏ। ਭਾਵੇਂ ਹੁਣ ਜੋ ਮਰਜ਼ੀ ਹੋ ਜਾਏ, ਬਾਬਾ ਬੁੱਢਾ ਗੁਰੂ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਲੰਗਰਾਂ ਵਿੱਚ ਸਾਰੀਆਂ ਫਸਲਾਂ ਪਾ ਦਿੰਦੇ ਨੇ, ਸਾਰਾ ਅਨਾਜ ਜੋ ਹੁੰਦਾ ਪਾ ਦਿੰਦੇ ਨੇ, ਪਰ ਆਪਣਾ ਆਪਾ ਜਤਾਇਆ ਕਦੀ ਨਹੀਂ ਹੈ। ਪਰ ਸਾਡਾ ਸੰਸਾਰੀਆਂ ਦਾ ਸੁਭਾਅ ਹੈ, ਅਸੀਂ ਆਪਣਾ ਆਪਾ ਪ੍ਰਗਟ ਕਰਨ ਤੋਂ ਬਿਨਾਂ ਨਹੀਂ ਰਹਿੰਦੇ। ਅਸੀਂ ਆਪਣਾ ਆਪ ਦਿਖਾ ਦਿੰਦੇ ਹਾਂ, ਔਰ ਫਿਰ ਕਈ ਦਫਾ ਅਸੀਂ ਦੂਜਿਆਂ ਦਾ ਅਪਮਾਨ ਕਰਨ ਲੱਗ ਪੈਂਦੇ। ਬੜੇ ਧਿਆਨਪੂਰਵਕ ਸੁਣਨਾ। ਸਾਡਾ ਪਦਾਰਥ ਵਿੱਚ ਖਚਤ ਹੋਇਆ ਮਨ ਦੂਜੇ ਨੂੰ ਸਨਮਾਨ ਨਹੀਂ ਦੇ ਸਕਦਾ, ਬਲਕਿ ਅਪਮਾਨ ਕਰੇਗਾ। ਸਤਿਗੁਰੂ ਜੀ ਨੂੰ ਦੇਖੀਏ, ਸਭ ਦਾ ਹੀ ਸਨਮਾਨ ਕਰਦੇ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਇਹ ਸਨਮਾਨ ਦੇਣ ਦੀ ਖੇਡ ਹੈ। ਇਹ ਮਹਾਰਾਜ ਸਨਮਾਨ ਦਿੰਦੇ ਪਏ ਨੇ, ਫਿਰ ਆਪਣੇ ਆਪ ਨੂੰ ਸਭ ਤੋਂ ਨੀਵਾਂ ਵੀ ਕਹਿੰਦੇ ਨੇ, ਦੂਜਿਆਂ ਨੂੰ ਸਭ ਤੋਂ ਵੱਡਾ ਕਹਿੰਦੇ ਨੇ। ਇਹ ਵੀ ਸਨਮਾਨ ਦੇਣ ਦੀ ਮਹਾਨ ਬਰਕਤ ਹੈ ਬਈ ਦੂਜਿਆਂ ਨੂੰ ਸਨਮਾਨ ਦੇਣਾ। ਸਾਧ ਸੰਗਤ, ਸੰਸਾਰ 'ਤੇ ਆਏ ਹੋਣਗੇ ਵੱਡੇ ਵੱਡੇ ਦੇਵੀ ਦੇਵਤਾ, ਵੱਡੇ ਵੱਡੇ ਲੋਕ, ਪੂਜਨੀਕ ਹਸਤੀਆਂ, ਉਹਨਾਂ ਨੇ ਦੂਜਿਆਂ ਤੋਂ ਸਨਮਾਨ ਲਿਆ ਹੈ ਬਈ ਸਾਡਾ ਸਨਮਾਨ ਕਰੋ, ਸਾਡੇ ਬਿਨਾਂ ਕੋਈ ਹੋਰ ਨਹੀਂ ਹੈ। ਪਰ ਜਗਤ ਗੁਰੂ ਨਾਨਕ ਦੇਵ ਨੇ ਸਭ ਦਾ ਸਨਮਾਨ ਕੀਤਾ ਹੈ, ਸਭ ਨੂੰ ਸਨਮਾਨ ਦਿੱਤਾ ਹੈ। ਸਾਧ ਸੰਗਤ, ਇੱਕ ਉਦਾਹਰਣ ਹੋਰ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ। ਇਹ ਧਰਤੀ ਦੇਖਦੇ ਹੋ ਨਾ, ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਬਾਣੀ ਵਿੱਚ ਇਸ ਧਰਤੀ ਨੂੰ ਵੱਡੀ ਮਾਂ ਕਰਕੇ ਸਨਮਾਨ ਦਿੱਤਾ ਹੈ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਇਹ ਵੱਡੀ ਮਾਂ ਹੈ, ਧੀਰਜ ਵਾਲੀ ਮਾਂ ਹੈ। ਇਹ ਸਾਧ ਸੰਗਤ, ਇਸ ਧਰਤੀ ਮਾਤਾ ਨੂੰ ਦੇਖੋ। ਅਗਰ ਘਾਸ ਦਾ ਤਿਨਕਾ ਵੀ ਇਸ 'ਤੇ ਪੈਦਾ ਹੋਇਆ ਤਾਂ ਇਸ ਧਰਤੀ ਨੇ ਆਪਣੇ ਮਸਤਕ 'ਤੇ ਬਿਠਾ ਕੇ ਰੱਖਿਆ। ਉਹ ਸੁੱਕ ਗਿਆ ਤੇ ਸੜ ਗਿਆ ਤੇ ਉਸ ਦੀ ਰਾਖ ਨੂੰ ਵੀ ਆਪਣੇ ਮਸਤਕ 'ਤੇ ਸਜਾ ਕੇ ਰੱਖਿਆ ਹੈ। ਮਜਾਲ ਹੈ ਕਿਤੇ ਇੱਧਰ ਉੱਧਰ ਹੋਣ ਦਿੱਤਾ ਹੋਵੇ, ਪਰ ਸਾਡਾ ਪਦਾਰਥਵਾਦੀ ਮਨ, ਸਾਡਾ ਸੰਸਾਰ ਦੀਆਂ ਵਸਤੂਆਂ ਨਾਲ ਜੁੜਿਆ ਹੋਇਆ ਮਨ ਨਾਮ ਨਾਲੋਂ ਟੁੱਟਿਆ ਹੋਣ ਕਰਕੇ ਅਸੀਂ ਸਨਮਾਨਯੋਗ ਹਸਤੀਆਂ ਦਾ ਵੀ ਅਪਮਾਨ ਕਰਨ ਲੱਗ ਪੈਂਦੇ ਹਾਂ। ਅਸੀਂ ਗੁਰੂ ਦਾ ਵੀ ਅਪਮਾਨ ਕਰਨ ਲੱਗ ਪੈਂਦੇ ਹਾਂ। ਔਰ ਸਾਧ ਸੰਗਤ, ਕਾਰਨ ਇਹ ਹੈ ਸਾਡਾ ਮਨ ਸੰਸਾਰ ਵਿੱਚ ਇਸ ਤਰ੍ਹਾਂ ਖਚਤ ਹੋਇਆ ਹੈ ਜਿਵੇਂ ਦੀਵਾਰ 'ਤੇ ਬਣਿਆ ਹੋਇਆ ਕੋਈ ਚਿੱਤਰ ਹੋਵੇ। ਪਾਈ ਜਾਓ ਪਾਣੀ ਦੀਆਂ ਫੁਹਾਰਾਂ, ਮਜਾਲ ਹੈ। ਹਾਂ, ਜੇ ਕਿਧਰੇ ਰੰਗ ਨਾਲ ਬਣਾਇਆ ਹੋਵੇ ਤੇ ਹੋ ਸਕਦਾ ਕੁਝ ਰੰਗ ਫਿੱਕੇ ਵੀ ਪੈ ਜਾਣ। ਸਾਡੇ ਮਨ ਵਿੱਚ
ਸੰਸਾਰ ਦਾ ਚਿੱਤਰ ਕਦੀ ਕਦੀ ਫਿੱਕਾ ਵੀ ਪੈਂਦਾ ਹੈ। ਅਸੀਂ ਕਹਿ ਦਿੰਦੇ ਹਾਂ, ਲੈ ਇਹ ਫਲਾਣੇ ਵਾਸਤੇ ਮੈਂ ਇਤਨਾ ਕੁਝ ਕੀਤਾ ਹੈ, ਪਰ ਇਹ ਕਮਬਖਤ ਹੀ ਮੇਰਾ ਵਿਰੋਧ ਕਰਨ ਲੱਗ ਪਿਆ, ਇਹ ਹੀ ਮੇਰੇ ਖਿਲਾਫ ਜਾਂਦਾ ਪਿਆ। ਇਹਨਾਂ ਬੱਚਿਆਂ ਨੂੰ ਮੈਂ ਕਿੰਨੀ ਮਿਹਨਤ ਨਾਲ ਪਾਲਿਆ ਅਤੇ ਅੱਜ ਇਹੀ ਮੇਰੀ ਗੱਲ ਨਹੀਂ ਸੁਣਦੇ ਪਏ। ਮਹਾਰਾਜ ਜੀ ਦਾ ਇੱਕ ਬਚਨ ਹੈ, ਫਰਮਾਨ ਕਰਦੇ ਨੇ, ਕਹਿੰਦੇ ਨੇ, ਪੁਰਖਾ ਦੇਖ ਤਾਂ ਸਹੀ, ਤੇਰਾ ਇਹ ਹਾਲ ਹੋ ਜਾਂਦਾ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਤੂੰ ਹੱਥ ਫੈਲਾਉਂਦਾ ਹੈ ਕਿ ਮੈਨੂੰ ਪਾਣੀ ਦਾ ਘੁੱਟ ਮਿਲ ਜਾਏ, ਉਸ ਵੇਲੇ ਪਾਣੀ ਦਾ ਘੁੱਟ ਵੀ ਨਸੀਬ ਨਹੀਂ ਹੁੰਦਾ। ਔਰ ਵੱਡਿਆਂ ਵੱਡਿਆਂ ਨੂੰ ਨਹੀਂ ਹੋਇਆ। ਸ਼ਾਹਜਹਾਨ ਰੋਂਦਾ ਸੀ, ਆਪਣੇ ਬਣਾਏ ਹੋਏ ਕਿਲੇ ਕੈਦ ਵਿੱਚ ਪਿਆ ਹੋਇਆ ਆਗਰੇ ਵਿੱਚ, ਕਿ ਜਿਤਨਾ ਪਾਣੀ ਮੇਰੀ ਪਿਆਸ ਬੁਝਾਉਣ ਲਈ ਚਾਹੀਦਾ ਉਤਨਾ ਪਾਣੀ ਮੇਰੇ ਕੋਲ ਨਹੀਂ ਹੈ। ਅਤੇ ਆਪਣੇ ਹੀ ਪੁੱਤਰ ਬਾਦਸ਼ਾਹ ਔਰੰਗਜ਼ੇਬ ਨੂੰ ਉਸਨੇ ਲਿਖਿਆ ਸੀ ਕਿ ਮੈਨੂੰ ਪਾਣੀ ਘੱਟ ਮਿਲ ਰਿਹਾ, ਗਰਮੀ ਬੜੀ ਜ਼ਿਆਦਾ ਹੈ ਅਤੇ ਮੈਂ ਵਜ਼ੂ ਵੀ ਕਰਨਾ ਹੁੰਦਾ ਹੈ, ਨਮਾਜ਼ ਪੜ੍ਹਨੀ ਹੁੰਦੀ ਹੈ, ਮੇਰੀ ਪਿਆਸ ਵੀ ਨਹੀਂ ਬੁਝਦੀ, ਇਸ ਲਈ ਮੈਨੂੰ ਇੱਕ ਦੀ ਜਗ੍ਹਾ 3 ਸੁਰਾਹੀਆਂ ਪਾਣੀ ਦੇ ਦਿਆ ਕਰ, ਮੇਰੀ ਪਾਣੀ ਦੀ ਲੋੜ ਪੂਰੀ ਹੋ ਜਾਏ। ਅਤੇ ਔਰੰਗਜ਼ੇਬ ਨੇ ਕੜਕਦੀ ਹੋਈ ਆਵਾਜ਼ ਵਿੱਚ ਕਿਹਾ ਸੀ, ਐ ਬੁੱਢਿਆ, ਤੇਰੇ ਕੋਲ ਪਾਣੀ ਪਹਿਲਾਂ ਹੀ ਜ਼ਿਆਦਾ ਹੈ, ਤਾਂ ਹੀ ਤਾਂ ਤੂੰ ਸਿਆਹੀ ਘੋਲ ਘੋਲ ਕੇ ਮੈਨੂੰ ਚਿੱਠੀਆਂ ਲਿਖਦਾ ਪਿਆ ਹੈ, ਅਤੇ 3 ਸੁਰਾਹੀਆਂ ਕਰਨਾ ਤਾਂ ਕਿਧਰੇ ਰਹਿ ਗਿਆ। ਮੈਂ ਤੇਰੀ ਪਹਿਲੀ ਸੁਰਾਹੀ ਨੂੰ ਵੀ ਅੱਧਾ ਕਰਨ ਲੱਗਾ। ਸਾਧ ਸੰਗਤ ਐਸਾ ਹੋ ਜਾਂਦਾ ਹੈ, ਸਿਨ ਸਿਨ ਤਨ ਸਿਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਇਹ ਜ਼ਰੂਰੀ ਨਹੀਂ ਹੈ ਕਿ ਕੇਵਲ ਸ਼ਾਹਜਹਾਨ ਨਾਲ ਐਸਾ ਹੋਇਆ। ਅੱਜ ਵੀ ਸੰਸਾਰ 'ਤੇ ਤੁਹਾਨੂੰ ਲੋਕ ਬੜੇ ਮਿਲ ਜਾਣਗੇ। ਇਹ ਗੱਲ ਵੱਖਰੀ ਹੈ ਬਈ ਆਪਣੀ ਪੱਤ ਨਾ ਲੱਥੇ, ਇਸ ਲਈ ਕਹਿੰਦੇ ਨਹੀਂ, ਛੁਪਾ ਕੇ ਰੱਖਦੇ ਨੇ, ਪਰ ਤੁਹਾਨੂੰ ਘਰ ਘਰ ਇਹੋ ਜਿਹੇ ਔਰੰਗਜ਼ੇਬ ਮਿਲ ਜਾਣਗੇ ਜਿਹੜੇ ਆਪਣੇ ਬਜ਼ੁਰਗਾਂ ਨੂੰ ਪਾਣੀ ਦੇ ਕੇ ਵੀ ਰਾਜੀ ਨਹੀਂ। ਭਾਵ ਹੋਰ ਤਾਂ ਕੀ ਦੇਣਾ ਹੈ, ਨਲਕੇ ਤੋਂ ਭਰ ਕੇ ਪਾਣੀ ਪਿਲਾਉਣ ਲਈ ਵੀ ਰਾਜੀ ਨਹੀਂ ਹੈਗੇ। ਅਤੇ ਫਿਰ ਕੀ ਕਹੋਗੇ, ਇਹ ਲੋਕ ਅਪਮਾਨ ਕਰਦੇ ਪਏ ਨੇ, ਸਨਮਾਨ ਇਹਨਾਂ ਕੋਲ ਨਹੀਂ ਹੈ। ਉਸਨੇ ਜੋ ਪੱਤਰ ਲਿਖਿਆ ਸੀ ਨਾ, ਉਹਦੇ ਕੁਝ ਬੋਲ ਮੈਂ ਤੁਹਾਨੂੰ ਸੁਣਾ ਵੀ ਦਿੰਦਾ ਹਾਂ। ਆਖਣ ਲੱਗਾ, ਬਾਬਾਏ ਮਨ, ਸ਼ਾਹਜਹਾਨ ਆਪਣੇ ਪੁੱਤਰ ਔਰੰਗਜ਼ੇਬ ਨੂੰ, ਬਾਬਾਏ ਮਨ, ਦੀ ਰੋਜ਼ ਲੱਖ ਸਵਾਰ ਬੂਦਮ, ਇਮਰੋਜ਼ ਮੋਹਤਾਜੈ ਯਕ ਕਾਸੈ ਆਬਮ। ਇਹ ਪੁੱਤਰ ਇੱਕ ਦਿਨ ਐਸਾ ਸੀ, ਇਹ ਮੇਰੇ ਬਹਾਦਰ ਪੁੱਤਰ, ਮੈਂ ਵੀ ਲੱਖਾਂ ਹੀ ਘੋੜ ਸਵਾਰ ਸੈਨਾਵਾਂ ਦਾ ਮਾਲਕ ਹੁੰਦਾ ਸੀ, ਹਿੰਦੁਸਤਾਨ ਦੇ ਤਖਤ 'ਤੇ ਬੈਠਾ ਹੋਇਆ ਸੀ। ਦੀ ਰੋਜ਼ ਲੱਖ ਸਵਾਰ ਬੂਦਮ, ਪਰ ਇਮਰੋਜ਼ ਮੋਹਤਾਜੈ ਯਕ ਕਾਸੈ ਆਬਮ। ਪਰ ਮੇਰੇ ਪੁੱਤਰ, ਮੇਰੀ ਹਾਲਤ ਦੇਖ, ਮੇਰਾ ਹੀ ਪੁੱਤਰ ਮੇਰੇ ਹੀ ਕਾਇਮ ਕੀਤੇ ਹੋਏ ਰਾਜ ਸਿੰਘਾਸਣ 'ਤੇ ਬੈਠਾ ਹੋਵੇ ਅਤੇ ਉਸ ਦੇ ਪਿਤਾ ਸ਼ਾਹਜਹਾਨ ਨੂੰ ਪਾਣੀ ਦੇ ਪਿਆਲੇ ਲਈ ਵੀ ਮੁਹਤਾਜ ਹੋਣਾ ਪਵੇ। ਅੱਜ ਮੈਨੂੰ ਪਾਣੀ ਦਾ ਪਿਆਲਾ ਵੀ ਨਹੀਂ ਮਿਲਦਾ ਪਿਆ। ਇਮਰੋਜ਼ ਮੋਹਤਾਜੈ ਯਕ ਕਾਸੈ ਆਬਮ। ਆਫਰੀ ਹਿੰਦੂਆਂ ਕਿ ਮੁਰਦਾਰਾ ਮੈਂ ਦਿਹਨ ਦਾਇਮ ਆਬ, ਐ ਪਿਸਰ ਤੂੰ ਅਜਬ ਮੁਸਲਮਾਨੀ ਕਿ ਜ਼ਿੰਦਾ ਰਾ ਬ ਜਾਨਮ ਬ ਆਬ ਨਾ ਰਿਸਾਨੀ। ਅਸੀਂ ਹਿੰਦੂਆਂ ਨੂੰ ਜਿਹੜਾ ਹੈ ਨਿੰਦਦੇ ਹਾਂ, ਇਹਨਾਂ ਦੀ ਨਿੰਦਾ ਕਰਦੇ ਹਾਂ ਅਤੇ ਕਹਿ ਦਿੰਦੇ ਹਾਂ ਬਈ ਇਹ ਬੁੱਤ ਪ੍ਰਸਤ ਹੈਗੇ ਨੇ, ਇਹ ਬੁੱਤ ਸ਼ਿਕਸਤ ਨਹੀਂ ਹੈਗੇ ਅਤੇ ਬੁੱਤ ਪ੍ਰਸਤ ਨੇ, ਅਤੇ ਆਪਣੇ ਆਪ ਨੂੰ ਅਸੀਂ ਵੱਡਾ ਕਹਿੰਦੇ ਹਾਂ। ਪਰ ਇਹ ਪੁੱਤਰ, ਮੈਂ ਹੈਰਾਨ ਹੁੰਦਾ ਹਾਂ, ਉਹਨਾਂ ਦੇ ਮਾਂ ਪਿਓ ਮਰ ਜਾਂਦੇ ਨੇ ਅਤੇ ਉਦੋਂ ਬਾਅਦ ਵੀ ਪਿੱਤਰਾਂ ਨੂੰ ਪਾਣੀ ਦਿੰਦੇ ਰਹਿੰਦੇ ਨੇ, ਉਹਨਾਂ ਦੀ ਯਾਦ 'ਚ ਲੋਕਾਂ ਨੂੰ ਭੋਜਨ ਕਰਾਉਂਦੇ ਰਹਿੰਦੇ ਨੇ।
ਇਹ ਭਾਵੇਂ ਗੁਰਮਤਿ ਦਾ ਇਹ ਸਿਧਾਂਤ ਨਹੀਂ। ਮੈਂ ਅਰਜ਼ ਕਰਾਂ, ਮੈਂ ਉਹ ਵਾਰਤਾ ਤੁਹਾਨੂੰ ਸੁਣਾ ਰਿਹਾ, ਪਰ ਕਹਿੰਦਾ ਤੂੰ ਕਿਸ ਤਰ੍ਹਾਂ ਦਾ ਮੁਸਲਮਾਨ ਹੈ, ਤੇਰਾ ਪਿਓ ਜ਼ਿੰਦਾ ਹੈ ਤੇ ਤੂੰ ਪਾਣੀ ਦੇਣ ਲਈ ਵੀ ਤਿਆਰ ਨਹੀਂ। ਇਸ ਤਰ੍ਹਾਂ ਦੇ ਔਰੰਗਜ਼ੇਬ ਤੇ ਪਾਣੀ ਦੇ ਪਿਆਲੇ ਲਈ ਤੜਪਦੇ ਹੋਏ ਸ਼ਾਹਜਹਾਨ ਤੁਹਾਨੂੰ ਜਗ੍ਹਾ ਜਗ੍ਹਾ ਮਿਲ ਜਾਵਣਗੇ। ਕਾਰਨ ਕੀ ਹੈ? ਸਨਮਾਨ ਨਹੀਂ ਰਿਹਾ। ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਹਾਂ, ਜੇ ਕੋਈ ਮਨੁੱਖ ਨਾਮ ਨਾਲੋਂ ਟੁੱਟਿਆ ਹੋਇਆ, ਨਿਤਨੇਮ ਨਾਲੋਂ ਟੁੱਟਿਆ ਹੋਇਆ, ਉਹ ਦੂਜੇ ਦਾ ਸਨਮਾਨ ਕਰ ਹੀ ਨਹੀਂ ਸਕਦਾ। ਉਸ ਨੂੰ ਪਤਾ ਹੀ ਨਹੀਂ ਚੱਲ ਸਕਦਾ, ਬੋਧ ਹੀ ਨਹੀਂ ਹੋ ਸਕਦਾ ਕਿ ਸਨਮਾਨ ਹੁੰਦਾ ਕੀ ਹੈ। ਤੇ ਜੇ ਨਾਮ ਨਾਲੋਂ ਕੋਈ ਟੁੱਟਿਆ ਹੋਇਆ ਹੈ, ਤੇ ਜੇ ਉਹਦਾ ਕੋਈ ਸਨਮਾਨ ਕਰ ਰਿਹਾ ਹੋਵੇ, ਉਹਨੂੰ ਪ੍ਰਵਾਨ ਵੀ ਨਹੀਂ ਕਰ ਸਕਦਾ। ਉਹਦੀ ਸ਼ੱਕ ਦੀ ਨਜ਼ਰ ਬਣੀ ਰਹਿੰਦੀ, ਭਈ ਪਤਾ ਨਹੀਂ ਇਹ ਕਿਉਂ ਝੁਕ ਝੁਕ ਕੇ ਮੇਰੇ ਨਾਲ ਗੱਲ ਕਰਦਾ ਹੈ, ਖਬਰ ਇਹਦਾ ਕਿਹੜਾ ਸਵਾਰਥ ਹੈ। ਸਾਧ ਸੰਗਤ, ਸਿੱਖਾਂ ਵੱਲੋਂ ਮਿਲਿਆ ਹੋਇਆ ਸਨਮਾਨ, ਅਗਰ ਸਨਮਾਨ ਨਾਲ ਕੋਈ ਵਾਪਸ ਕਰਨ ਵਾਲਾ ਇਸ ਸੰਸਾਰ ਤੇ ਆਇਆ ਹੈ, ਉਹ ਹੋਰ ਕੋਈ ਦਿਖਾਈ ਨਹੀਂ ਪੈਂਦਾ। ਉਹ ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਹੜੇ ਸਿੱਖਾਂ ਦਾ ਸਨਮਾਨ ਕਰਦੇ, ਆਪਣੇ ਸੇਵਕਾਂ ਦਾ ਸਨਮਾਨ ਕਰਦੇ ਨੇ। 7 ਸਾਲ ਜ਼ਿੰਦਗੀ ਦੇ ਭਾਈ ਲਹਿਣਾ ਨੇ ਗੁਰੂ ਨਾਨਕ ਦੀ ਸੇਵਾ ਕੀਤੀ, ਜ਼ਿਆਦਾ ਸਮਾਂ ਨਹੀਂ, ਪਹਿਲਾ ਸਮਾਂ ਜ਼ਿੰਦਗੀ ਦਾ ਉਹਦੀਆਂ ਕਈਆਂ ਪੀੜ੍ਹੀਆਂ ਤੋਂ ਉਸ ਵੇਲੇ ਦੇ ਬਣਾਏ ਹੋਏ ਧਰਮ ਕਰਮ ਅਨੁਸਾਰ ਚੱਲਦਾ ਸੀ। ਉਹ ਆਪਣੇ ਹਿਸਾਬ ਨਾਲ ਚੱਲਦੇ ਸਨ ਔਰ ਜਵਾਲਾਮੁਖੀ ਦੇ ਸ਼ਰਧਾਲੂ ਸਨ, ਤੇ ਹਰ ਸਾਲ ਜਥਾ ਲੈ ਕੇ, ਸੰਗ ਲੈ ਕੇ ਜਾਂਦੇ ਸਨ। ਉਹਨਾਂ ਦਾ ਜੀਵਨ ਇਸ ਤਰ੍ਹਾਂ ਲੰਘਿਆ, ਤੇ ਫਿਰ ਜੀਵਨ ਦੇ ਕੁਝ ਅਰਸੇ ਬਾਅਦ ਗੁਰੂ ਨਾਨਕ ਨਾਲ ਮੇਲ ਹੋਇਆ, ਤੇ 7 ਸਾਲ ਸੇਵਾ ਕੀਤੀ ਭਾਈ ਲਹਿਣਾ ਜੀ ਨੇ। ਤੇ ਗੁਰੂ ਨਾਨਕ ਦੇ ਮਹਾਰਾਜ ਬੜੇ ਪ੍ਰਸੰਨ ਹੋਏ। ਇੱਕ ਦਿਨ ਮੱਥਾ ਟੇਕ ਰਹੇ ਸਨ ਭਾਈ ਲਹਿਣਾ, ਗੁਰੂ ਨਾਨਕ ਦੇਵ ਜੀ ਨੇ ਬਾਹਾਂ ਫੈਲਾ ਲਈਆਂ, ਆਖਿਆ, ਪੁਰਖਾ, ਜਨਮ ਸਾਖੀ ਦੇ ਬੋਲ ਬੜੇ ਸੋਹਣੇ ਨੇ, ਤੈਨੂੰ ਖਬਰ ਹੈ ਅੱਜ ਸਾਡੇ ਮਨੇ ਕੇ ਪਈ ਆਉਂਦੀ ਹੈ। ਤਾਂ ਭਾਈ ਲਹਿਣਾ ਜੀ ਨੇ ਹੱਥ ਜੋੜੇ, ਸੀਸ ਝੁਕਾਇਆ ਤੇ ਆਖਣ ਲੱਗੇ, ਅਹੋ ਵੈ ਬਾਬਾ, ਅਸਾਂ ਕੇ ਜਾਣੀ ਹੈ ਤੂੰ ਸਾਡੇ ਮਨੇ ਕੇ ਪਈ ਆਉਂਦੀ ਹੈ, ਪਰ ਅਸਾਂ ਕੋ ਇਤਨੀ ਖਬਰ ਹੈ, ਧਿਆਨ ਨਾਲ ਸੁਣਨਾ, ਤੂੰ ਸਾਡੇ ਮਨੇ ਜੋ ਆਮਦੀ ਹੈ ਸੋ ਭਲੀ ਆਮਦੀ ਹੈ। ਇਹ ਗੁਰੂ ਨਾਨਕ ਦੀ ਸਿੱਖੀ ਨੂੰ ਸਮਝਣ ਦਾ ਬੇਸ਼ਕੀਮਤੀ ਨੁਕਤਾ ਹੈ ਕਿ ਗੁਰੂ ਜੋ ਕਰਦਾ ਭਲਾ ਹੀ ਕਰਦਾ ਹੈ। ਅਸਾਂ ਕੇ ਜਾਣੀਏ ਤੂੰ ਸਾਡੇ ਮਨੇ ਕੇ ਪਈ ਆਮਦੀ ਹੈ, ਪਰ ਅਸਾਂ ਕੋ ਇਤਨੀ ਖਬਰ ਹੈ ਤੂੰ ਸਾਡੇ ਮਨੇ ਜੋ ਆਮਦੀ ਹੈ ਸੋ ਭਲੀ ਆਮਦੀ ਹੈ। ਤੁਸੀਂ ਜੋ ਕਰਦੇ ਹੋ ਚੰਗਾ ਹੀ ਕਰਦੇ ਹੋ, ਤੁਹਾਡਾ ਕੀਤਾ ਹੋਇਆ ਮਾੜਾ ਨਹੀਂ ਹੋ ਸਕਦਾ। ਮਹਾਰਾਜ ਜੀ ਦੀ ਬਾਣੀ ਦੇ ਵੀ ਬੋਲ ਹਨ, ਜੋ ਕਿਸ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਜਾ ਕੇ ਪ੍ਰੇਮ ਪਦਾਰਥ ਪਾਈਐ, ਤੋ ਚਰਣੀ ਚਿਤ ਲਾਈਐ, ਸੋ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ, ਏਵ ਕਹੇ ਸੁਹਾਗਣੀ ਭੈਣੇ, ਇਨੀ ਬਾਤੀ ਸੋ ਪਾਈ। ਮਹਾਰਾਜ ਜੀ ਦੇ ਬੜੇ ਗਹਿਰੇ ਬੋਲ। ਅਸਾਂ ਕੋ ਇਤਨੀ ਖਬਰ ਹੈ ਕਿ ਤੂੰ ਸਾਡੇ ਮਨੇ ਜੋ ਆਮਦੀ ਹੈ ਸੋ ਭਲੀ ਆਮਦੀ ਹੈ। ਮੇਰੇ ਸਾਹਿਬ ਜੀ ਨੇ ਬਾਹਾਂ ਫੈਲਾ ਲਈਆਂ ਤੇ ਆਖਿਆ, ਵੈ ਲੈਣਿਆ, ਤੂੰ ਜ਼ਿੰਦਗੀ ਸਗਲੀ ਅਸਾਂ ਕੋ ਮੱਥਾ ਟੇਕਦਾ રહ્યો ਹੈ। ਇਤਿਹਾਸ ਪੜ੍ਹਿਆ ਆਪਣੇ, ਆਪ ਸਾਰੇ ਸਿਆਣੇ ਪੁਰਖ ਬੈਠੇ ਹੋ, ਗੁਰੂ ਘਰ ਦੇ ਅਨੈਨ ਸੇਵਕ, ਜਿਨ੍ਹਾਂ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਪਹਿਲੇ ਸਿੰਘ ਸਾਹਿਬ ਦੀ ਪਦਵੀ ਨਾਲ ਨਿਵਾਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਤੇ ਰੀਸੈਂਟਲੀ ਪਿਛਲੇ ਦਿਨੀ ਆਪਣੇ ਪਾਵਨ ਜਨਮ ਦਿਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਸੇਵਾ ਰਤਨ ਦੀ ਪਦਵੀ ਨਾਲ ਨਿਵਾਜਿਆ। ਸਿੱਖ ਜਗਤ ਦੀ ਰੋਸ਼ਨ ਦਿਮਾਗ
ਔਰ ਬਹੁਤ ਹਲੇਮੀ ਵਾਲੀ ਤੇ ਪਿਆਰ ਭਿੱਜੀ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਬੈਠੇ ਨੇ। ਗੁਰਬਾਣੀ ਦੇ ਇੱਕ ਨੁਕਤੇ ਨੂੰ ਸਮਝਦੇ ਨੇ। ਆਪ ਸਾਰੇ ਸਿਆਣੇ ਪੁਰਸ਼ ਬੈਠੇ ਹੋ ਔਰ ਮੈਨੂੰ ਖੁਸ਼ੀ ਹੈ ਅੱਜ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਬੋਰਡ ਵਿੱਚ ਮੀਤ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਲਖਵਿੰਦਰ ਸਿੰਘ ਜੀ ਵੀ ਸੰਗਤ ਵਿੱਚ ਇੱਥੇ ਤਸ਼ਰੀਫ ਫਰਮਾ ਨੇ। ਔਰ ਇਸ ਤਰ੍ਹਾਂ ਹੋਰ ਵੀ ਬੜੇ ਬੜੇ ਵਿਦਵਾਨ ਬਿਰਾਜਮਾਨ ਨੇ। ਪਰ ਇਸ ਨੁਕਤੇ ਨੂੰ ਸਮਝਣਾ, ਇਹ ਨੁਕਤਾ ਸਮਝ ਵਿੱਚ ਆ ਜਾਵੇ ਕਿ ਹੇ ਗੁਰੂ ਤੂੰ ਜੋ ਕਰਦਾ ਹੈ ਭਲਾ ਕਰਦਾ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਬੋਲ ਪੜ੍ਹਦੇ ਹਾਂ ਤੇ ਆਪ ਫਰਮਾਨ ਕਰਦੇ ਨੇ, ਕਹਿੰਦੇ ਨੇ ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਜੀ ਨੇ ਬਾਹਾਂ ਫੈਲਾ ਲਈਆਂ ਤੇ ਆਖਿਆ ਵੈ ਲੈਣਿਆ ਤੂੰ ਜ਼ਿੰਦਗੀ ਸਗਲੀ ਹੈ ਸਾਡੀ ਸੇਵਾ ਕਰਦਾ ਰਿਹਾ ਹੈ। ਇਤਿਹਾਸ ਤੁਸੀਂ ਪੜ੍ਹਿਆ ਤੇ ਸੁਣਿਆ ਵਿਚਾਰਿਆ, ਸਾਰੀ ਜ਼ਿੰਦਗੀ ਸੇਵਾ ਨਹੀਂ ਕੀਤੀ, ਕੇਵਲ 7 ਸਾਲ ਸੇਵਾ ਕੀਤੀ। ਇਤਿਹਾਸਕ ਨੁਕਤਾ ਵੀ ਠੀਕ ਹੈ ਔਰ ਇਹ ਬੋਲ ਵੀ ਠੀਕ ਨੇ। ਦੁਨੀਆ ਵਿੱਚ ਕੋਈ ਐਸਾ, ਮੈਂ ਅਰਜ਼ ਕਰਾਂ, ਬੌਸ ਨਹੀਂ ਮਿਲੇਗਾ, ਬੌਸ ਸ਼ਬਦ ਵਰਤ ਸਕਦੇ ਹਾਂ, ਕੋਈ ਐਸਾ ਓਨਰ ਨਹੀਂ ਮਿਲੇਗਾ, ਕਿਸੇ ਫਰਮ ਦਾ ਮਾਲਕ ਨਹੀਂ ਮਿਲੇਗਾ, ਕੋਈ ਐਸੀ ਕੰਪਨੀ ਨਹੀਂ ਮਿਲੇਗੀ ਜਿੱਥੇ ਤੁਸੀਂ ਜਾਓ ਤੇ ਜਿਸ ਦਿਨ ਕੰਮ ਸ਼ੁਰੂ ਕਰੋ ਅਗਲਾ ਕਹਿ ਦੇਵੇ ਕਿ ਭਾਈ ਤੂੰ ਕੰਮ ਕਰਦਿਆਂ 2 ਸਾਲ ਲਾਏ ਨੇ ਤੇ ਜਿਹੜੇ ਤੇਰੇ ਪਹਿਲੇ 20 ਸਾਲ ਜ਼ਿੰਦਗੀ ਲੰਘ ਗਈ ਉਹਦੀ ਤਨਖਾਹ ਵੀ ਦੇ ਦੇ। ਐਸਾ ਕੋਈ ਨਹੀਂ। ਲੰਘਿਆ ਹੋਇਆ ਸਮਾਂ ਵੀ ਲੇਖੇ ਲਾ ਦੇਵੇ। ਸਾਧ ਸੰਗਤ ਐਸਾ ਰੂਹੇ ਜ਼ਮੀਨ ਤੇ ਅਗਰ ਕੋਈ ਦਿਖਾਈ ਪੈਂਦਾ ਹੈ ਜਿਹੜਾ ਸਾਡਾ ਲੰਘਿਆ ਸਮਾਂ ਵੀ ਸਫਲ ਕਰਨ ਦੀ ਸਮਰੱਥਾ ਰੱਖਦਾ ਹੈ, ਉਹ ਹੋਰ ਕੋਈ ਨਹੀਂ, ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਆਖਣ ਲੱਗੇ ਸਾਰੀ ਜ਼ਿੰਦਗੀ ਸੇਵਾ ਕਰਦਾ ਰਹਿਓ ਵੇ ਅਲੈਣਿਆ, ਅੱਜ ਸਾਡਾ ਮਨ ਪਿਆ ਕਰੇ ਜੋ ਤੁਸਾਂ ਕੋ ਮੱਥਾ ਟੇਕੀ। ਤੇ ਮਹਾਰਾਜ ਨੇ ਆਖਿਆ ਹੀ ਨਹੀਂ, ਸਾਰੇ ਜਗਤ ਦੇ ਦੇਖਦਿਆਂ ਹੋਇਆ ਆਪਣੇ ਸਿੰਘਾਸਣ ਤੋਂ ਉੱਠ ਕੇ ਆਪਣੇ ਸੇਵਕ ਨੂੰ ਸਿੰਘਾਸਣ ਤੇ ਬਿਠਾ ਕੇ ਤੇ ਚਰਨਾਂ ਤੇ ਸਿਰ ਰੱਖ ਕੇ ਪਰਿਕਰਮਾ ਕਰਨ ਲੱਗ ਪਏ। ਲੈਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ 오ਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀ। ਔਰ ਪਰਿਕਰਮਾ ਕਰਦਿਆਂ ਹੋਇਆ ਆਖਿਆ ਤੁਸੀਂ ਸਿੰਘਾਸਣ ਤੇ ਬੈਠੋ ਤੇ ਅਸੀਂ ਸੰਗਤ ਵਿੱਚ ਬੈਠਦੇ ਹਾਂ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਉਸੇ ਦਿਨ ਸੰਗਤ ਨੂੰ ਗੁਰੂ ਰੂਪ ਸੰਗਤ ਹੋਣ ਦਾ ਸਨਮਾਨ ਵੀ ਨਾਲ ਹੀ ਮਿਲ ਗਿਆ, ਕਿਉਂਕਿ ਸਿੰਘਾਸਣ ਤੇ ਵੀ ਗੁਰੂ ਨਾਨਕ ਹੀ ਦੂਜੇ ਜਾਮੇ 'ਚ ਬੈਠੇ ਨੇ ਤੇ ਪਹਿਲਾ ਜਾਮਾ ਗੁਰੂ ਨਾਨਕ ਆਪ ਸੰਗਤ ਵਿੱਚ ਬੈਠੇ ਹੋਏ ਨੇ। ਇਹ ਮਾਣ ਦੇਣ ਵਾਲਾ ਹੋਰ ਕੋਈ ਨਹੀਂ ਹੈ। ਸ਼ੁਕਰਾਨਾ ਕਰਨਾ ਚਾਹੀਦਾ ਹੈ, ਪਰ ਸਾਡਾ ਮਨ ਚੂੰਕਿ ਸੰਸਾਰਿਕ ਪਦਾਰਥਾਂ ਨਾਲ ਹੀ ਜੁੜਿਆ ਹੋਇਆ ਹੈ। ਨਾਨਕ ਮੂਰਤ ਚਿੱਤਰ ਜਿਉ ਸਾਡੇ ਤਾਂ ਨਾ ਹੈ ਨਭੀਤ, ਇਸ ਅਵਸਥਾ ਵਿੱਚ ਬਣਿਆ ਹੋਇਆ ਹੈ। ਇਸ ਲਈ ਸਾਡੇ ਕੋਲ ਸਿਵਾਏ ਸਿਕਵਿਆਂ ਦੇ ਹੋਰ ਕੁਝ ਨਹੀਂ ਹੁੰਦਾ। ਦਿਨ ਰਾਤ ਸਿਕਵੇ ਕਰਦੇ ਆ, ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ, ਮੇਰਾ ਫਲਾਣਾ ਕੰਮ ਨਹੀਂ ਹੋਇਆ। ਕੌਣ ਦੱਸੇ ਇੱਕ ਵਾਰੀ ਜਿਹੜੇ ਕੰਮ ਗੁਰੂ ਨਾਨਕ ਨੇ ਤੇਰੇ ਕਰ ਦਿੱਤੇ ਨੇ ਉਹਨਾਂ ਦਾ ਸ਼ੁਕਰਾਨਾ ਕਰਕੇ ਦੇਖ, ਤੈਨੂੰ ਲੱਗੇਗਾ ਮੇਰੇ ਵਰਗਾ ਸਫਲ ਮਨੁੱਖ ਦੁਨੀਆ ਤੇ ਕੋਈ ਨਹੀਂ, ਹੋਰ ਕੋਈ ਨਿਵਾਜਿਆ ਹੋਇਆ ਹੈ ਹੀ ਨਹੀਂ। ਪਰ ਕਰੀਏ ਕੀ, ਸਾਡਾ ਹਿਰਦਾ ਨਾਮ ਨਾਲੋਂ ਟੁੱਟਿਆ ਹੋਇਆ। ਮਹਾਰਾਜ ਜੀ ਦੇ 57 ਸ਼ਲੋਕ ਨੇ, ਇਹ ਹੋਰ ਵੀ ਸ਼ਲੋਕ ਨੇ ਪਹਿਲੇ ਪਾਤਸ਼ਾਹ ਜੀ ਦੇ। ਇਹਨਾਂ ਸਾਰਿਆਂ ਸ਼ਲੋਕਾਂ ਦਾ ਜਿਹੜਾ ਸਿਰਲੇਖ ਹੈ ਉਹ ਵਾਰਾਂ ਤੇ ਵਧੇਕ ਹੈਗਾ। ਉਹ ਸ਼ਲੋਕ ਜਿਹੜੇ ਵਾਰਾਂ ਦੀਆਂ ਪੌੜੀਆਂ ਦੇ ਨਾਲ ਨਹੀਂ ਆ ਸਕੇ, ਉਹ ਮਹਾਰਾਜ ਨੇ ਅਖੀਰ ਤੇ ਦਰਜ ਕਰ ਦਿੱਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ
ਇਹਨਾਂ ਪਾਵਨ ਸ਼ਲੋਕਾਂ ਨੂੰ ਵਿਚਾਰ ਕੇ ਪੜ੍ਹੋਗੇ ਨਾ ਤੇ ਪਹਿਲਾ ਸ਼ਲੋਕ ਹੀ ਸਾਨੂੰ ਨਾਮ ਨਾਲ ਜੋੜਦਾ ਹੈ। ਨਾਮ ਤੋਂ ਬਿਨਾਂ ਦੂਜੀ ਪ੍ਰੇਰਨਾ ਹੀ ਨਹੀਂ ਹੈਗੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨ, ਜਿਹ ਬਿਦ ਜਲ ਕੋ ਮੀਨ। ਪਹਿਲਾ ਸ਼ਲੋਕ ਮਹਾਰਾਜ ਜੀ ਦਾ ਇਹਨਾਂ 57 ਸ਼ਲੋਕਾਂ ਦੀ ਲੜੀ ਵਿੱਚ ਸਾਨੂੰ ਨਾਮ ਜਪਣ ਦੀ ਪ੍ਰੇਰਨਾ ਦਿੰਦਾ ਹੈ। ਤੇ ਫਿਰ ਤੁਸੀਂ ਦੇਖ ਲਓ ਆਖਰੀ ਸ਼ਲੋਕ ਦੀ ਪਹਿਲੀ ਪੰਕਤੀ ਵੀ ਪੜ੍ਹੋ, ਵਿਚਾਰ ਕੇ ਦੇਖੋ ਤੇ ਫਰਮਾਨ ਕਰਦੇ ਨੇ, ਰਾਮ ਨਾਮ ਉਰ ਮੈਂ ਗਇਓ, ਜਾ ਕੇ ਸਮ ਨਹੀਂ ਕੋਏ। ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਅਸੀਂ ਹਿਰਦੇ ਵਿੱਚ ਗ੍ਰਹਿਣ ਕੀਤਾ ਹੈ। ਇਹ ਸੰਸਾਰ ਦੇ ਲੋਗੋ ਤੁਸੀਂ ਵੀ ਗ੍ਰਹਿਣ ਕਰੋ। ਭਾਵੇਂ ਬੜੇ ਧਾਰਮਿਕ ਗ੍ਰੰਥ ਨੇ, ਗਿਆਨ ਲਬਰੇਜ਼ ਪੋਥੀਆਂ ਨੇ, ਵੱਡੇ ਵੱਡੇ ਤੀਰਥ, ਮਹਾ ਤੀਰਥ, ਰਾਜ ਤੀਰਥ ਮੌਜੂਦ ਨੇ, ਪਰ ਪਾਰ ਬ੍ਰਹਮ ਪਰਮੇਸ਼ਵਰ ਦਾ 2 ਘੜੀਆਂ ਕੋਈ ਨਾਮ ਜਪ ਲਵੇ ਉਹਦੇ ਬਰਾਬਰ ਨਹੀਂ ਕੁਝ ਹੈਗਾ। ਕਿਤਨੇ ਮਹਾਂ ਬੋਲ ਨੇ, ਰਾਮ ਨਾਮ ਉਰ ਮੈਂ ਗਇਓ, ਜਾ ਕੇ ਸਮ ਨਹੀਂ ਕੋਏ। ਤੇ ਮਹਾਰਾਜ ਨੂੰ ਪੁੱਛੀਏ ਇਹਦੇ ਨਾਲ ਹੋਵੇਗਾ ਕਿ ਆਪ ਕਹਿੰਦੇ ਨੇ, ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਜਿਹੜੇ ਯਾਦ ਕਰਨ ਨਾਲ, ਜਪਣ ਨਾਲ ਹਰ ਤਰ੍ਹਾਂ ਦੇ ਸੰਕਟ ਮਿਟ ਜਾਂਦੇ ਨੇ। ਇਹ ਜਿਹੜਾ ਸੰਕਟ ਹੈ ਨਾ, ਇਹ ਬਹੁਵਚਨ ਹੈ। ਕਿਸੇ ਤਰ੍ਹਾਂ ਦਾ ਕੋਈ ਸਰੀਰਕ ਸੰਕਟ ਹੋਵੇ, ਕੋਈ ਰੋਗ ਲੱਗ ਜਾਵੇ, ਮਨ ਨੂੰ ਕੋਈ ਸੋਗ ਵਿਆਪੇ, ਉਹ ਨਾਮ ਨਾਲ ਕੱਟਿਆ ਜਾਂਦਾ ਹੈ। ਇਹਨਾਂ ਸ਼ਲੋਕਾਂ ਦੇ ਆਪ ਵਿਚਕਾਰ ਪੜੋਗੇ ਅਗਰ, ਤੇ ਉੱਥੇ ਵੀ ਤੁਹਾਨੂੰ ਮਹਾਰਾਜ ਕਹਿੰਦੇ ਹੋਏ ਸੁਣਾਈ ਪੈਣਗੇ, ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਇਹ ਜਿਹੜਾ ਸਾਡਾ ਮਨ ਆਲ ਦਾ ਟਾਈਮ, ਹਰ ਵੇਲੇ ਸੰਸਾਰਕ ਪਦਾਰਥਾਂ ਦੀ ਚਿਤਵਨੀ ਕਰਦਾ ਹੈ ਨਾ, ਇਹਨਾਂ ਦੀ ਚਿਤਵਨੀ 'ਚ ਫਸਿਆ ਹੋਇਆ ਹੈ, ਉਹਦਾ ਕਾਰਨ ਇਹੀ ਹੈ ਸਾਨੂੰ ਨਾਮ ਵਿਸਰ ਗਿਆ ਹੈ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ, ਕਹੋ ਨਾਨਕ ਹਰ ਭਜਨ ਬਿਨ, ਜੀਵਨ ਕੌਣੇ ਕਾਮ। ਜੇ ਤੂੰ ਨਾਮ ਨਾ ਜਪਿਆ ਫਿਰ ਪੁਰਖਾ ਜੀਵਨ ਦਾ ਤੇਰਾ ਲਾਭ ਕੀ ਹੋਇਆ? ਤੇਰਾ ਜੀਵਨ ਕਿਸ ਕੰਮ ਆਇਆ? ਭਾਵ ਤੇਰਾ ਜੀਵਨ ਨਿਸ਼ਫਲ ਹੈ। ਫਿਰ ਬਾਰ-ਬਾਰ ਸਮਝਾਉਂਦੇ ਨੇ, ਐ ਮੇਰੇ ਮਨ, ਤੇਰਾ ਤਾਂ ਸੁਭਾਅ ਹੀ ਬਣ ਗਿਆ ਹੈ, ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। ਹੇ ਪ੍ਰਭੂ, ਮੇਰੇ ਮਨ ਨੂੰ ਆਪਣੇ ਨਾਮ ਨਾਲ ਜੋੜ ਦੇ। ਨਾਮ ਦੀ ਹੀ ਮੰਗ ਕਰਦੇ ਨੇ, ਨਾਮ ਬਿਨਾਂ ਦੂਜਾ ਜ਼ਿਕਰ ਨਹੀਂ ਕਰਦੇ। ਫਿਰ ਪਦਾਰਥਾਂ ਨਾਲ ਭਰੇ ਹੋਏ ਲੋਕਾਂ ਦਾ ਵੀ ਜ਼ਿਕਰ ਕਰਦੇ ਨੇ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਤੇ ਸੰਸਾਰ ਵਿੱਚ ਆ ਕੇ ਪੁਰਖਾ ਤੂੰ ਨਾਮ ਨਾਲੋਂ ਹੀ ਟੁੱਟ ਗਿਆ ਹੈ। ਕਿਤਨੇ ਮਹਿਮਾਮਈ ਬੋਲ ਹਨ, ਮਹਾਨਤਾ ਨਾਲ ਭਰੇ ਹੋਏ ਬੋਲ ਹਨ। ਫਰਮਾਨ ਕਰਦੇ ਨੇ, ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ। ਐ ਮੇਰੇ ਮਿੱਤਰ, ਇਹ ਮਨ ਮਾਇਆ ਦਿਆਂ ਵਿਚਾਰਾਂ ਚੋਂ, ਸੰਸਾਰ ਦੇ ਪਦਾਰਥ ਦੀ ਪਕੜ ਚੋਂ ਇੱਕ ਪਲ ਵੀ ਵਿਹਲਾ ਨਹੀਂ ਹੁੰਦਾ। ਭਾਵ ਇੱਕ ਪਲ ਵੀ ਵੱਖਰਾ ਨਹੀਂ ਹੁੰਦਾ। ਇਸ ਤਰ੍ਹਾਂ ਵਿੱਚ ਜਕੜਿਆ ਹੋਇਆ ਹੈ ਜਿਵੇਂ ਦੀਵਾਰ ਤੇ ਬਣਿਆ ਹੋਇਆ ਚਿੱਤਰ ਹੋਵੇ। ਨਾਨਕ ਮੂਰਤ ਚਿੱਤਰ ਜਿਉ, ਛਾੜਿਤ ਨਾਹਿਨ ਭੀਤ। ਫਿਰ ਹੋਰ ਫਰਮਾਨ ਕਰਦੇ ਨੇ, ਨਰ ਚਾਹਤ ਕਛ ਔਰੈ ਕੀ ਔਰੈ ਭਈ। ਮਨੁੱਖ ਸੰਸਾਰ ਪ੍ਰਾਪਤੀਆਂ ਦਾ ਵੱਡਾ ਉਪਰਾਲਾ ਕਰਦਾ ਰਹਿੰਦਾ, ਮੈਨੂੰ ਇਹ ਮਿਲ ਜਾਏ। ਸਾਧ ਸੰਗਤ, ਜਦ ਕੋਈ ਮਨੁੱਖ ਪਦਾਰਥਾਂ ਦੀ ਪਕੜ ਵਿੱਚ, ਪਦਾਰਥਾਂ ਦੇ ਲੋਭ ਵਿੱਚ ਅੰਨਾ ਹੋ ਜਾਂਦਾ ਹੈ ਨਾ, ਫਿਰ ਉਹ ਸਭ ਕੁਝ ਜਾਇਜ਼ ਨਾਜਾਇਜ਼ ਕਰਨ ਲੱਗ ਪੈਂਦਾ। ਮੈਂ ਹੁਣੇ ਔਰੰਗਜ਼ੇਬ ਦੀ ਉਦਾਹਰਣ ਦਿੱਤੀ ਸੀ, ਤੁਸੀਂ ਦੇਖ ਲਓ, ਆਪਣੇ ਸਾਰੇ ਪਰਿਵਾਰ ਦਾ ਕਤਲ ਕਰ ਦਿੱਤਾ।
ਆਪਣੇ ਪਿਤਾ ਦਾ ਕਤਲ, ਆਪਣੇ ਭਰਾਵਾਂ ਦਾ ਕਤਲ, ਔਰ ਜਿਹੜਾ ਲਾਗੇ ਆਵੇ ਦੂਰ ਕਿਉਂ ਜਾਈਏ, ਪੀਰ ਸਰਮਦ ਜੈਸੀਆਂ ਸ਼ਖਸੀਅਤਾਂ ਦਾ ਕਤਲ। ਔਰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਆਪ ਜੀਵਨ ਨੂੰ ਦੇਖੋ, ਉਹਨਾਂ ਦਾ ਵੀ ਕਤਲ ਔਰੰਗਜ਼ੇਬ ਕਰਦਾ ਪਿਆ ਹੈ। ਤੇ ਕਾਰਨ ਕੀ ਹੈ? ਮਨ ਸੋਚਦਾ ਰਿਹਾ ਵੀ ਇਹ ਕਰ ਲਓ ਤੇ ਰਾਜ ਭਾਗ ਹੋਰ ਵੱਧ ਜਾਏ, ਪਦਾਰਥ ਹੋਰ ਵੱਧ ਜਾਣਗੇ, ਉਮਰ ਹੋਰ ਵੱਧ ਜਾਏਗੀ। ਸਤਿਗੁਰੂ ਕਹਿੰਦੇ ਨੇ ਐਸਾ ਹੁੰਦਾ ਨਹੀਂ ਹੈ। ਨਰ ਚਾਹਤ ਕਸ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਮਨ ਸੋਚਦਾ ਰਿਹਾ ਹੁਣ ਇਹ ਕਰ ਲਵਾਂਗੇ, ਹੁਣ ਇੱਕ ਚੁਬਾਰਾ ਬਣਾ ਲਈਏ, ਹੁਣ ਇੱਕ ਹਵੇਲੀ ਬਣਾ ਲਈਏ, ਹੁਣ ਇੱਕ ਵਪਾਰ ਬਣ ਗਿਆ, ਹੁਣ ਦੂਜਾ ਬਣਾ ਲਈ, ਹੁਣ ਦੂਜਾ ਬਣ ਗਿਆ ਹੈ, ਹੁਣ ਤੀਜਾ ਬਣਾ ਲਈਏ। ਤੇ ਸੋਚਦਾ ਰਿਹਾ ਮੈਂ ਇਹ ਕਰ ਲਵਾਂਗਾ, ਇਹ ਕਰ ਲਵਾਂਗਾ, ਬਸ ਆਪਣੇ ਆਪ ਨੂੰ ਹੀ ਠੱਗਦਾ ਰਿਹਾ, ਇਹ ਠਗੀਂਦਾ ਰਿਹਾ, ਇਸ ਨੂੰ ਪਦਾਰਥ ਹੀ ਠੱਗਦੇ ਰਹੇ ਹਨ। ਤੇ ਆਖੀਰ ਤੇ ਪਤਾ ਹੀ ਨਹੀਂ ਚੱਲਿਆ, ਜਮਾਂ ਦੀ ਫਾਹੀ ਗਲ ਵਿੱਚ ਆ ਕੇ ਪੈ ਗਈ ਤੇ ਜਮਾਂ ਨੇ ਪਕੜ ਲਿਆ। ਮਹਾਰਾਜ ਜੀ ਦੇ ਵੀ ਬਚਨ ਨੇ, ਫਰਮਾਨ ਕਰਦੇ ਨੇ, ਕਹਿੰਦੇ ਨੇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਚੋਟੀ ਕਾਲ ਗਹੀ। ਆ ਕੇ ਗਰਦਨ ਪਕੜ ਲਈ ਕਾਲ ਨੇ ਤੇ ਆਖਿਆ ਪੁਰਖਾ ਹੁਣ ਤਾਂ ਤੇਰਾ ਮਿਲਿਆ ਹੋਇਆ ਸਮਾਂ ਪ੍ਰਾਪਤ ਹੋ ਗਿਆ, ਸਮਾਪਤ ਹੋ ਗਿਆ ਹੈ, ਹੁਣ ਲੈਣ ਵਾਸਤੇ ਆ ਗਿਆ ਹਾਂ। ਫਿਰ ਤਰਲੇ ਵੀ ਕਰਦਾ ਹੈ ਬਈ ਜੇ ਕੁਝ ਸਮਾਂ ਮਿਲ ਜਾਏ ਤੇ ਆਪਾਂ ਫੇਰ ਚਲੇ ਜਾਵਾਂਗੇ। ਪਰ ਸਾਧ ਸੰਗਤ ਐਸਾ ਹੁੰਦਾ ਨਹੀਂ। ਜਦੋਂ ਸਮਾਂ ਆ ਜਾਂਦਾ ਹੈ ਫਿਰ ਸੰਸਾਰ ਤੋਂ ਰੁਖਸਤ ਹੋਣਾ ਹੀ ਪੈਂਦਾ ਹੈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਆਖੀਰ ਤੇ ਪਦਾਰਥ ਚਿਤਵਦਾ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ ਤੇ ਫਿਰ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਪਰ ਜਿਹੜਾ ਸਾਧ ਸੰਗਤ ਗੁਰਸਿੱਖ ਦਾ ਜੀਵਨ ਹੈ ਨਾ, ਉਹ ਹੋਰ ਕੁਝ ਨਹੀਂ ਮੰਗਦਾ, ਉਹ ਆਖਰੀ ਵੇਲੇ ਵੀ ਗੁਰੂ ਦਾ ਦਰਸ਼ਨ ਹੀ ਮੰਗਦਾ। ਮੈਂ ਹੁਣੇ ਬਾਬਾ ਬੁੱਢਾ ਸਾਹਿਬ ਜੀ ਦਾ ਜ਼ਿਕਰ ਸਨਮਾਨ ਸਹਿਤ ਕੀਤਾ ਹੈ, ਉਹਨਾਂ ਦਾ ਇੱਕ ਜ਼ਿਕਰ ਹੋਰ ਕਰਨਾ ਚਾਹੁੰਦਾ ਹਾਂ। ਪਾਤਸ਼ਾਹ ਜੀ ਦੇ ਘਰ ਵਿੱਚ ਬਾਬਾ ਬੁੱਢਾ ਜੀ ਨੂੰ ਇਹ ਸਨਮਾਨ ਹੈਗਾ ਸੀ। ਭਾਵੇਂ ਉਹਨਾਂ ਨੂੰ ਇਹ ਸਨਮਾਨ ਵੀ ਮਿਲਿਆ ਕਿ ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸਤਾਦ ਸਨ। ਬਾਬਾ ਬੁੱਢਾ ਘੋੜ ਸਵਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨਾਂ ਨੇ ਸਿਖਾਈ ਬਾਲ ਕਾਲ ਵਿੱਚ। ਵਿਦਿਆ ਗੁਰਮਤਿ ਦੀ, ਵਿਦਿਆ ਹੋਰ ਭਾਸ਼ਾਵਾਂ ਦੀ, ਇਹ ਬਾਬਾ ਬੁੱਢਾ ਸਾਹਿਬ ਨੇ ਸਿਖਾਈ। ਫਿਰ ਮੈਂ ਅਰਜ਼ ਕਰਾਂ, ਬਾਬਾ ਬੁੱਢਾ ਸਾਹਿਬ ਨੇ ਉਹਨਾਂ ਨੂੰ ਬਾਣੀ ਦਾ ਪਾਠ ਵੀ ਸਿਖਾਇਆ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਬੁੱਢਾ ਦੀ ਝੋਲੀ ਪਾ ਦਿੱਤਾ ਸੀ। ਆਖਿਆ ਇਹਨਾਂ ਦੇ ਗੁਰੂ ਤੁਸੀਂ ਹੈਗੇ ਹੋ, ਸਿਖਾਉਣ ਵਾਲੇ ਤੁਸੀਂ ਹੈਗੇ ਹੋ। ਤੇ ਬਾਬਾ ਬੁੱਢਾ ਨੇ ਹੱਥ ਜੋੜ ਕੇ ਕਿਹਾ ਸੀ, ਇਹ ਸਾਡਾ ਇਤਿਹਾਸਕ ਵਾਕਿਆ ਹੈ। ਹੱਥ ਜੋੜ ਕੇ ਆਖਿਆ, ਜਦ ਗੁਰੂ ਅਰਜਨ ਦੇਵ ਨੇ ਕਿਹਾ ਤੁਸੀਂ ਸਿਖਾਓਗੇ, ਤੇ ਬਾਬਾ ਬੁੱਢਾ ਜੀ ਦੇ ਨੇਤਰਾਂ 'ਚ ਜਲ ਆ ਗਿਆ ਸੀ। ਹੱਥ ਜੋੜ ਕੇ ਆਖਿਆ, ਸਾਡੇ ਇਤਿਹਾਸ ਵਿੱਚ ਵਾਕਿਆ ਮੌਜੂਦ ਹੈ, ਪੁਨ ਬੁੱਢੇ ਯੋਂ ਬਚ ਭਾਖਾ, ਹਉ ਜਾਟ ਘਾਸ ਕੋ ਰਾਖਾ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਤਾਂ ਮਾਮੂਲੀ ਜਿਹਾ ਕਿਸਾਨ ਹੈਗਾ ਹਾਂ, ਮੈਨੂੰ ਤਾਂ ਆਉਂਦਾ ਕੁਝ ਨਹੀਂ, ਮੈਂ ਤੇ ਤੁਹਾਡੇ ਗਊਆਂ ਦਾ, ਤੁਹਾਡੇ ਘੋੜਿਆਂ ਦਾ ਘਾਹ ਦਾਣੇ ਦੀ ਰਾਖੀ ਕਰਨ ਵਾਲਾ। ਇਹ ਨਿਮਰਤਾ ਦੀ ਇੰਤਹਾ ਹੈ। ਹੁਣ ਜਾਟ ਘਾਸ ਕੋ ਰਾਖਾ। ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹੈ ਹਰ ਸਤਿਗੁਰੂ, ਮੁਸਕਰਾ ਕੇ ਆਖਣ ਲੱਗੇ ਬਾਬਾ ਜੀ ਗੱਲ ਇਹ ਹੈਗੀ ਹੈ, ਜੇ ਅਸੀਂ ਤੁਹਾਡਾ ਜੀਵਨ ਦੇਖਦੇ ਹਾਂ ਤੇ ਅਸੀਂ ਇਹ ਕਹਿ ਸਕਦੇ ਹਾਂ, ਕੋ ਵਿਦਿਆ ਅਸ ਜਗ ਮਾਹੀ, ਜੋ ਤੁਮਕੋ ਆਵਤ ਨਾਹੀ। ਗਿਆਨ ਵਿਗਿਆਨ ਦਾਨ ਇਸ਼ਨਾਨ ਤੇ ਬ੍ਰਹਮ ਗਿਆਨ ਦੇ ਤੁਸੀਂ ਮਹਾਨ ਸਾਗਰ ਹੋ। ਲੌਕਿਕ ਤੇ ਪਾਰਲੌਕਿਕ ਕੋਈ ਐਸਾ ਗਿਆਨ ਨਹੀਂ ਜਿਹਦੇ ਸੋਝੀ ਤੁਹਾਨੂੰ ਨਹੀਂ,
को विद्यास जग माही जो तुमको आवत नाही। ऐना सन्मान है गुरु नाल एक मिकता है। बाबा बुढ़ा साहब जी ने देखिया हुण शरीर की अवस्था जड़ी कमज़ोर हो रही, शरीर चलना औखा सी, ते महाराज ने कह दिता बाबा जी तुसी पैदल ना आया करो, पालकी विच बैठ के साडे नाल आके बैठ जाया करो। पर धन है गुरसिख, इसनूं ये आदेश प्राप्त है, सन्मान प्राप्त है कि पालकी विच भी आ सकदा है, पर कभी गुरु दे सामने पालकी च बैठ के लंघे भी नहीं, सन्मान विच झुके रहे। ते हुण जद देखिया नबज़ रुक रुक के चलदी है, समा आखिरी आ गया है, ते बिस्तर ते लेटे हुए सन, ते लेटिया होया दे नेत्रां च दो आंसू आ गए। बाबा बुढ़ा साहब जी दे अपने शरीर की सत्ता इकट्ठी करके मसा हाथ जोड़े, ते बस इन्ना ही कहा, हे गुरु नानक देव महाराज दीदार बख्शो। दीदार दी तलब है, दीदार दी तड़प है। ते बाबा बुढ़ा जी दे बचन कहंदियां सार, छेवें गुरु नानक मेरियां पेरियां दे दाते, इस ब्रह्मंड नूं झूठे तख्तां विच उलझिया होया नूं अकाल पुरख दा सदी भी ते महान तखत प्रदान करने वाले गुरु हरगोबिंद साहब घोड़े ते सवार होए, ते रामदास नाम दा स्थान है। अजनाले तो अगे जाइए कोई 30-40 किलोमीटर ते पैंदा है। दरबार साहब अमृतसर जाते हो तो रामदास भी जरूर दर्शन करके आया करो। उत्ते मैं अर्ज करा दो दरियावां दा संगम नहीं होया, बल्कि इंज कह लो सूरज दा ते रोशनी दा संगम होया। उत्ते इंज कह लो सागरां दा संगम होया है। एक पासे बिरद बाणे दी लाज रखण दे सुभाअ दा सागर, एक पासे सदा निर्माणता झुके रहन करके निर्माणता दा सागर, महान दया दा सागर गुरु हरगोबिंद साहिब, ते महान सन्मान ते निमरता दा सागर बाबा बुढ़ा साहिब। नेत्र खोले ते देखिया मेरियां पीरियां दे मालक मंजी ते बैठे होए, ते झुक के जिवें बालक बापू दी छाती ते लेट जाता है ना, इस तरह गुरु हरगोबिंद साहब महाराज बाबा बुढ़ा दी छाती ते लेट के गल न ला रहे, ते बड़े प्रेम च आखण लगे, बाबा जी मैं थोड़े तो दूर थोड़ी हैगा। बाबा बुढ़ा जी दे नेत्रां जल सन, जल दियां बूंदां सन। सच्चे पातशाह जीवन विच रहिंदियां बड़ियां भुल्लां होईयां होवणगियां, माफ़ कर देना, आखिरी समा आ गया है, मेरे सिर ते हाथ रखो मैं शरीर त्याग सका। बाबा बुढ़ा जी दे सिर ते हाथ रखिया ते फिर पार्थिक शरीर नूं भी मोढा दिता, आप चखा ते शरीर रखिया। ते तुसीं देखिया है वड्डियां मुश्किलां विच गुरु जामियां दे नेत्र सेजल नहीं होए, पर अपने इस प्यारे सिख नूं संस्कार वेले चखा ते रखिया, ते दो स्नेह दे हंझू महाराज दी अखां च देखे गए। ये जिक्र भी इतिहास विच हैगा है, नाम नाल कोई जुड़िया होवे तां गुरु भी उसनूं मुकत करता है, गुरु भी उसनूं प्रेम करता है। बड़े सोहणे बोल आए हन कि चिखा उपर जब धरी साहिब बुढ़े दे, गुरु हरगोबिंद के नैन ते चलियो नीर सने। साध संगत ये नाम दी दात मिलण वाला घर है, जिथे आप बैठे हो ते नाम दी दात ही वड्डी करामात है। साहिब मेहर कर देण, सारियां नूं नाम नाल जोड़न, ते सानूं ये बोध पैदा होवे कि नाम नाल ही जुड़ के रहना, नहीं तो फिर साडा जीवन असफल हो जाएगा। नर चाहत कश और की और भाई, चितवत रहो ठगौर, नानक फांसी गल परी। साहिब मेहर कर देवन, साडे गले विचों विकार अविचार ते संसारिक पदार्थां दी पकड़ दी पदार्थ होवण। साध संगत रस्सियां घर विच काम आउंदियां ने,
ਕੱਪੜੇ ਸੁਕਾਉਣੇ ਨੇ ਰੱਸੀਆਂ ਪਾ ਲੈਂਦੇ, ਮੰਜੇ ਰੱਸੀਆਂ ਨਾਲ ਬਣ ਜਾਂਦੇ ਨੇ, ਬੜੀਆਂ ਚੀਜ਼ਾਂ ਬੰਨ੍ਹ ਕੇ ਰੱਖੀਆਂ ਜਾ ਸਕਦੀਆਂ ਨੇ, ਪਰ ਰੱਸੀਆਂ ਨੂੰ ਫਾਂਸੀ ਗੱਲ ਦੀ ਨਹੀਂ ਬਣਨ ਦੇਣਾ। ਸੰਸਾਰ ਵਿੱਚ ਰਹੀਏ ਪਰ ਸੰਸਾਰ ਦੇ ਪਦਾਰਥ ਗੱਲ ਦੀ ਫਾਹੀ ਨਾ ਬਣ ਜਾਣ। ਬੜੇ ਲੋਕ ਨੇ ਜਿਨ੍ਹਾਂ ਦੀ ਫਾਹੀ ਬਣੀ ਹੋਈ ਹੈ, ਗੁਰੂ ਕਰੇ ਇਸ ਤੋਂ ਸੁਤੰਤਰਤਾ ਮਿਲੇ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਪ੍ਰਬੰਧ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਸਤਿਕਾਰਯੋਗ ਕਾਲਕਾ ਜੀ, ਕਾਲੋਂ ਜੀ ਔਰ ਸਾਰੇ ਪ੍ਰਬੰਧਕਾਂ ਦਾ ਦਾਸ ਧੰਨਵਾਦੀ ਹੈ। ਮਾਨਨੀय ਸਿੰਘ ਸਾਹਿਬ ਜੀ ਦਾ ਧੰਨਵਾਦੀ ਹੈ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਬੜੀਆਂ ਸੇਵਾਵਾਂ ਚੱਲ ਰਹੀਆਂ ਨੇ। ਸਿੰਘ ਸਾਹਿਬ ਵੀ ਬਹੁਤ ਸੇਵਾਵਾਂ ਕਰਵਾ ਰਹੇ ਨੇ ਔਰ ਤੁਸੀਂ ਵੀ ਉੱਥੇ ਪਹੁੰਚ ਕੇ, ਮੇਨ ਸਮੱਸਿਆ ਇਸ ਵੇਲੇ ਉੱਥੇ ਸਾਧ ਸੰਗਤ ਰਿਹਾਇਸ਼ਾਂ ਦੀ ਆ ਰਹੀ ਹੈ। ਨਵੀਆਂ ਰਿਹਾਇਸ਼ਾਂ ਦੇ ਨਿਰਮਾਣ ਲਈ ਆਪ ਸਾਰੇ ਮਹਾਰਾਜ ਦੇ ਘਰ ਯੋਗਦਾਨ ਪਾਓ। ਉਹ ਸਿੱਖੀ ਦਾ ਜਨਮ ਸਥਾਨ ਹੈ। ਕੇਸਗੜ੍ਹ ਸਾਹਿਬ ਸਿੱਖੇ ਦੇ ਖਾਲਸੇ ਦੀ ਵਾਸੀ ਹੈ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਹੋਇਆ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਾਵ ਲਿਓ। ਤੇ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਪਟਨਾ ਗੁਰੂ ਕਾ ਘਰ ਹੈ। ਆਪ ਜ਼ਰੂਰ ਉੱਥੇ ਸੇਵਾਵਾਂ ਵਿੱਚ ਆਪਣਾ ਹਿੱਸਾ ਪਾ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਾਰੰਬਾਰ ਫਿਰ ਤੋਂ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।